ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਜੀ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕਰਤ ਸੁਧਾ ਸਰਬਾਸ। ਸੰਗਤ ਆਵੈ ਦਰਸ ਕੋ ਸ੍ਰੀ ਗੁਰ ਅਰਜਨ ਪਾਸ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕਰਤ ਸੁਧਾ ਸਰਬਾਸ। ਸੰਗਤ ਆਵੈ ਦਰਸ ਕੋ ਸ੍ਰੀ ਗੁਰ ਅਰਜਨ ਪਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ। ਨਿਹਚਲ ਚੌਰ ਛਤਰ ਤਖਤ ਦੇ ਮਾਲਕ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰ ਰਹੀ
ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਮਿਹਰਾਮਤ ਸਦਕਾ ਵੱਡੇ ਭਾਗਾਂ ਦੇ ਫਲ ਵਜੋਂ ਆਪਾਂ ਨਿਤਾ ਪ੍ਰਤੀ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹਾਂ। ਲੜੀਵਾਰ ਰੂਪ ਅੰਦਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਆਪਾਂ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਸ਼੍ਰਵਣ ਕੀਤਾ ਹੈ। ਗਰੀਬ ਨਵਾਜ ਮਹਾਰਾਜ ਦੇ ਪਾਸ ਬੇਅੰਤ ਸਿੱਖ ਸੰਗਤਾਂ ਪਹੁੰਚਦੀਆਂ ਕਾਫੀ ਦਿਨਾਂ ਤੋਂ ਇਸ ਸਿੱਖਾਂ ਦੇ ਪ੍ਰਸੰਗ ਚੱਲ ਰਹੇ ਹੈ ਵੀ ਅਧਿਕਾਰੀ ਜਾਣ ਕੇ ਜਿਵੇਂ ਕੋਈ ਚੰਗਾ ਵੈਦ ਮਰੀਜ਼ ਦੀ ਨਬਜ਼ ਵੇਖ ਕੇ ਉਹਦੀ ਮਰਜ਼ ਨੂੰ ਪਛਾਣ ਕਰਕੇ ਜਥਾ ਰੋਗ ਹੁੰਦਾ ਹੈ ਤਥਾ ਔਸ਼ਧੀ ਕਰਦਾ ਹੈ। ਉਸੇ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗੁਰਮੁਖਾਂ ਗੁਰਸਿੱਖਾਂ ਅਰ ਪ੍ਰੇਮੀਆਂ ਦੇ ਜਾਂ ਜੋ ਵੀ ਪ੍ਰਾਣੀ ਮਾਤਰ ਦਰਸ਼ਨ ਕਰਨ ਆ ਰਹੇ ਹੈ, ਪਾਤਸ਼ਾਹ ਜੀ ਉਹਦੇ ਮਨ ਨੂੰ ਲੱਗੇ ਹੋਏ ਰੋਗ ਨੂੰ ਵੇਖਦੇ ਹੈ। ਜਿਹੋ ਜਿਹਾ ਕੋਈ ਰੋਗੀ ਹੁੰਦਾ ਹੈ ਉਹੋ ਜਿਹਾ ਗੁਰਬਾਣੀ ਸ਼ਬਦ ਦੁਆਰਾ ਮਹਾਰਾਜ ਜੀ ਔਸ਼ਧੀ ਕਰਦੇ ਹੈ, ਉਪਦੇਸ਼ ਦਿੰਦੇ ਹੈ। ਹਰ ਹਰ ਨਾਮ ਔਖਦ ਮੁਖ ਦੇਵੈ, ਘਾਟੈ ਜਮ ਕੀ ਫੰਦਾ, ਮੇਰਾ ਵੈਦ ਗੁਰੂ ਗੋਬਿੰਦਾ। ਭਾਈ ਕਾਲੂ ਜੀ, ਭਾਈ ਚਾਊ ਜੀ, ਗੋਇੰਦਾ ਘਈ, ਭਾਈ ਮੂਲਾ ਜੀ, ਭਾਈ ਹੇਮ, ਭਾਈ ਧਾਰੋ, ਇਸ ਤਰ੍ਹਾਂ 16 ਸਿੱਖ ਛੱਜੂ ਨਿਹਾਲੂ ਕੋਹਲੀ ਆਦਿਕ ਜਿਹੜੇ ਹੈ ਇਹ ਭਾਈ ਤੁਲਸਾ ਵਹੁਰਾ ਮਹਾਰਾਜ ਪਾਸ ਪਹੁੰਚੇ 16 ਜਣੇ। ਇਹ ਸਾਰੇ ਦੇ ਸਾਰੇ ਹੀ ਕਵੀ ਜੀ ਕਹਿੰਦੇ ਸੁਲਤਾਨਪੁਰ ਸਾਹਿਬ ਦੇ ਰਹਿਣ ਵਾਲੇ ਹੈ। ਗਰੀਬ ਨਵਾਜ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ, ਕੁਝ ਸਮਾਂ ਇੱਥੇ ਸੇਵਾਵਾਂ ਨਿਭਾਈਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ ਕਿ ਪਾਤਸ਼ਾਹ ਅਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਸਿੱਖ ਹਾਂ, ਉਹਨਾਂ ਤੋਂ ਸਿੱਖੀ ਅਸੀਂ ਪ੍ਰਾਪਤ ਕੀਤੀ ਸੀ ਗੋਇੰਦਵਾਲ ਸਾਹਿਬ, ਅਤੇ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਕਿ ਧਰਮ ਦੀ ਕਿਰਤ ਕਰਨੀ ਹੈ, ਸਿੱਖਾਂ ਦੀ ਸੇਵਾ ਕਰਨੀ, ਮਨ ਨੀਵਾਂ ਰੱਖਣਾ ਹੈ, ਮਿੱਠਾ ਬੋਲਣਾ ਹੈ, ਇਸ ਤਰ੍ਹਾਂ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਹੈ। ਅਸੀਂ ਮਹਾਰਾਜ ਉਹ ਜਿਵੇਂ ਦੀ ਤਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਬਖਸ਼ੇ ਸਿੱਖਿਆ ਉਪਦੇਸ਼ ਨੂੰ ਸਦਾ ਹੀ ਮਹਾਰਾਜ ਮਨ 'ਚ ਵਸਾ ਕੇ ਰੱਖਿਆ ਅਤੇ ਉਸ ਤਰ੍ਹਾਂ ਹੀ ਅਸੀਂ ਵਰਤਦੇ ਰਹੇ ਹਾਂ। ਪਰ ਪਾਤਸ਼ਾਹ ਮਹਾਰਾਜ ਹੋਰ ਸੁੱਖ ਤਾਂ ਬਹੁਤ ਮਿਲ ਗਏ ਹੈ, ਪਰ ਮਨ ਨੂੰ ਸ਼ਾਂਤੀ ਨਹੀਂ ਮਿਲੀ। ਅਤੇ ਇਹਦਾ ਅਰਥ ਇਹ ਵੀ ਨਹੀਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਵਿੱਚ ਕੋਈ ਘਾਟ ਸੀਗੀ ਉਹਨਾਂ ਦੇ ਸ਼ਬਦ ਉਪਦੇਸ਼ ਵਿੱਚ, ਵੀ ਅਸੀਂ ਇਹ ਜਾਣਨ ਆਏ ਮਹਾਰਾਜ ਵੀ ਸਾਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਅਮਰਦਾਸ ਮਹਾਰਾਜ ਤੋਂ ਬੜਿਆਂ ਦੀ ਕਲਿਆਣ ਹੋਈ ਹੈ, ਬ੍ਰਹਮ ਗਿਆਨ ਦੀਆਂ ਦਾਤਾਂ ਮਹਾਰਾਜ ਨੇ ਬਖਸ਼ੀਆਂ, ਵੀ ਸਾਨੂੰ ਕਿਉਂ ਨਹੀਂ ਸ਼ਾਂਤੀ ਦੀ ਪ੍ਰਾਪਤੀ ਹੋਈ। ਸਾਡੇ ਪਾਤਸ਼ਾਹ ਦਾ ਉਪਦੇਸ਼ ਮੰਨਣ ਵਿੱਚ ਕਿੱਥੇ ਕਮੀ ਰਹੀ ਹੈ, ਅਸੀਂ ਉਹ ਜਾਣਨਾ ਚਾਹੁੰਦੇ ਹਾਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਭਾਈ ਪੂਰੇ ਕਾ ਕੀਆ ਸਭ ਕੁਛ ਪੂਰਾ। ਗੁਰੂ ਅਮਰਦਾਸ ਜੀ ਮਹਾਰਾਜ ਪੂਰੇ ਸਤਿਗੁਰੂ ਹੈ, ਉਹਨਾਂ ਦਾ ਬਖਸ਼ਾ ਉਪਦੇਸ਼ ਵੀ ਪੂਰਾ ਹੈ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ। ਪੂਰਨਤਾ ਹੀ ਆਪਣੇ ਵਿੱਚ ਹੈ। ਕਹਿੰਦੇ ਮਹਾਰਾਜ ਕੀ ਹੋ ਸਕਦਾ ਹੈ, ਤੋ ਗਰੀਬ ਨਵਾਜ ਤੋਂ ਕੀ ਲੁਕਿਆ। ਮਹਾਰਾਜ ਕਹਿੰਦੇ ਭਾਈ ਰਜੋ ਅਤੇ ਤਮੋ ਜਿਹੜੇ ਰਾਜਸੀ ਤਾਮਸੀ ਬਿਰਤੀ ਇਹ ਛੱਡ ਕੇ ਸਾਂਤਕੀ ਬਿਰਤੀ ਧਾਰਨ ਕਰਨੀ ਪੈਂਦੀ ਹੈ।
ਉਪਦੇਸ਼ ਲਿਆ ਹੋਇਆ ਤੇ ਕੀਤੀ ਹੋਈ ਘਾਲਣਾ ਸੇਵਾ ਸਿਮਰਨ ਵੀ ਫੇਰ ਫਲ ਦਿੰਦਾ ਹੈ, ਜੇ ਬਿਰਤੀ ਸਾਂਤ ਕੀ ਹੈ। ਤੇ ਕਹਿੰਦੇ ਮਹਾਰਾਜ ਹੁਣ ਰਜੋ ਤਮੋ ਸਤੋ ਇਹ ਸਾਨੂੰ ਤਾਂ ਸਮਝ ਕੋਈ ਨਹੀਂ ਇਹਦੀ, ਕਿਵੇਂ ਜੀਵ ਅੰਦਰ ਪੈਦਾ ਹੁੰਦੇ, ਇਹਨਾਂ ਦਾ ਰੂਪ ਕੀ ਹੈ। ਤੋ ਗਰੀਬ ਨਵਾਜ ਮਹਾਰਾਜ ਸਤਿਗੁਰਾਂ ਨੇ ਫਿਰ ਦੱਸਿਆ ਕਿ ਸੁਣੋ ਭਾਈ, ਇਹ ਹੁੰਦਾ ਹੈ ਵੀ ਜਿਹੜਾ ਕੋਈ ਲਾਲਚ ਕਰਨਾ, ਬਹੁਤਾ ਪਦਾਰਥਾਂ ਦਾ ਤੇ ਹੰਕਾਰ ਵਿੱਚ ਰਹਿਣਾ, ਇਹ ਰਜੋਗੁਣੀ ਬਿਰਤੀ ਪਛਾਣੋ। ਹਿੰਸਾ ਕ੍ਰੋਧ ਰੱਖਣਾ ਮਨ ਵਿੱਚ, ਇਹ ਤਮੋ ਗੁਣ ਦੇ ਲੱਛਣ ਹਨ। ਮਨ ਨੀਵਾਂ ਰੱਖਣਾ, ਨਿਮਰਤਾ ਸਹਿਤ ਰਹਿਣਾ, ਮਿੱਠਾ ਬੋਲਣਾ, ਪਾਤਸ਼ਾਹ ਜੀ ਕਹਿੰਦੇ ਭਾਈ ਸਤੋ ਗੁਣ ਦੇ ਜਾਂ ਸਤੋ ਬਿਰਤੀ ਵਾਲੇ ਦੇ ਲੱਛਣ ਹਨ। ਫਿਰ ਪਾਤਸ਼ਾਹ ਜੀਆਂ ਨੂੰ ਇਹਨਾਂ ਬੇਨਤੀ ਕੀਤੀ, ਮਹਾਰਾਜ ਵੀ ਪ੍ਰਾਣੀ, ਕਿਉਂਕਿ ਹਰੇਕ ਵਸਤੂ ਦੇ ਪੈਦਾ ਹੋਣ ਦਾ ਕੋਈ ਕਾਰਨ ਹੈ, ਇਹਨਾਂ ਤ੍ਰੈ ਗੁਣਾਂ ਦੇ ਪੈਦਾ ਹੋਣ ਦਾ ਕਾਰਨ ਕੀ ਹੈ। ਪਾਤਸ਼ਾਹ ਕਹਿੰਦੇ ਭਾਈ ਜਿਹੋ ਜਿਹਾ ਅੰਨ ਉਹੋ ਜਿਹਾ ਮਨ। ਤੋ ਜਿਵੇਂ ਇਹ ਪੈਦਾ ਹੁੰਦਾ ਤਮੋ ਗੁਣ ਤਾਂ ਵੀ ਜਿਹੜੇ ਬਹੁਤੇ ਚਟਪਟੇ ਸਵਾਦਲੇ, ਬਹੁਤ ਹੀ ਤੇਜ਼ ਤਰਾਰ ਜਿਹੜੇ ਵਾ ਭੋਜਨ ਛਕਣੇ, ਉਹਨਾਂ ਦੇ ਵਿੱਚੋਂ ਫਿਰ ਜਿਹੋ ਜਿਹਾ ਅੰਨ ਖਾਧਾ ਉਹੋ ਜਿਹਾ ਮਨ ਬਣ ਜਾਂਦਾ। ਜਦੋਂ ਬਹੁਤਾ ਚਟਪਟਾ ਖਾਵਾਂਗੇ ਫਿਰ ਸੁੱਤੇ ਰਹਾਂਗੇ ਅਤੇ ਥਾਂ ਥਾਂ ਹਰੇਕ ਦੀ ਨਿੰਦਾ ਕਰਨੀ, ਹਰੇਕ ਦੀ ਨਿੰਦਾ ਕਰਦਿਆਂ ਹੋਇਆਂ ਆਪਣਾ ਬੇਸ ਫਿਰ ਮਲੀਨ ਰੱਖਣਾ, ਵੀ ਕੋਈ ਬਹੁਤੀ ਇਸ਼ਨਾਨ ਪਾਣੀ ਨੂੰ ਤਵੱਜੋ ਨਾ ਦੇਣੀ, ਅਤੇ ਸਦਾ ਝੂਠ ਬੋਲਦੇ ਰਹਿਣਾ। ਇਹਦੇ ਨਾਲ ਮਾਰੇ ਕਹਿੰਦੇ ਜੀਵ ਦੇ ਅੰਦਰ ਤਮੋ ਬਿਰਤੀ ਪੈਦਾ ਹੁੰਦੀ ਹੈ, ਇਹ ਮੁੱਢ ਬਣਦੇ ਆ ਤਮੋ ਬਿਰਤੀ ਦਾ। ਫਿਰ ਪਾਤਸ਼ਾਹ ਕਹਿੰਦੇ ਕਿ ਬਹੁਤਾ ਮਿੱਠਾ ਛਕਣਾ, ਸਹਿਤ ਲੂਣ ਦੇ ਜਿਹੜੇ ਬਹੁਤੇ ਆਹਾਰ ਕਰਨੇ, ਪਰਾਇਆ ਰੂਪ ਵੇਖਣਾ ਅਤੇ ਪਰਾਏ ਰੂਪ ਦੇ ਵਿਸ਼ੇ ਦੀ ਵਾਸ਼ਨਾ ਦੇ ਵਿੱਚ ਉਹ ਵਿਸ਼ੇ ਭੋਗਣ ਦੇ ਵਿੱਚ ਚਿੱਤ ਦੀ ਬਿਰਤੀ ਰੱਖਣੀ, ਆਪਦੀ ਵਡਿਆਈ ਦੀ ਸਦਾ ਇੱਛਾ ਬਣੀ ਰਹਿਣੀ। ਇਹ ਸਾਰੇ ਰਜੋਗੁਣ ਪੈਦਾ ਹੁੰਦੇ ਇਹਨਾਂ ਲੱਛਣਾਂ ਤੋਂ, ਇਹਨਾਂ ਕਾਰਨਾਂ ਤੋਂ। ਫਿਰ ਗਰੀਬ ਨਵਾਜ ਮਹਾਰਾਜ ਕਹਿੰਦੇ ਭਾਈ ਜਿਹੜੇ ਉੱਜਲ ਸਾਫ ਸੁਥਰੇ ਵਸਤਰ ਪਹਿਨਣੇ ਅਤੇ ਫਿੱਕੇ ਵਸਤਰ, ਜਾਂ ਬਹੁਤੇ ਕੋਈ ਭਟਕੀਲੇ ਵਸਤਰ ਨਾ ਪਹਿਨਣੇ, ਇਸ਼ਨਾਨ ਪਾਣ ਅੰਮ੍ਰਿਤ ਵੇਲੇ ਕਰਨਾ ਅਤੇ ਰੁੱਖਾ ਮੇਸਾ ਖਾਂਦੇ ਰਹਿਣਾ, ਹਲਕਾ ਫੁਲਕਾ ਪ੍ਰਸ਼ਾਦਾ ਪਾਣੀ ਛਕਣਾ ਅਤੇ ਥੋੜ੍ਹਾ ਛਕਣਾ। ਇਹ ਮਹਾਰਾਜ ਕਹਿੰਦੇ ਸਤੋ ਗੁਣੀ ਜਾਂ ਸਤੋ ਗੁਣ ਨੂੰ ਤੁਹਾਡੇ ਅੰਦਰ ਪੈਦਾ ਕਰਨ ਦਾ ਕਾਰਨ ਬਣਦੇ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਦੱਸਿਆ। ਮਹਾਰਾਜ ਕਹਿੰਦੇ ਹੋਰ ਵੀ ਪਰਖ ਕਰ ਸਕਦੇ ਹੋ ਭਾਈ। ਤੋ ਮਹਾਰਾਜ ਨੇ ਇਹ ਜਣਾਇਆ ਵੀ ਜਦੋਂ ਮਨ ਨਹੀਂ ਟਿਕਦਾ ਸੰਗਤ ਦੇ ਵਿੱਚ, ਡੋਲ ਜਾਂਦਾ ਹੈ, ਇਹਦਾ ਅਰਥ ਹੈ ਫਿਰ ਵਾਪਸ ਜਿਵੇਂ ਕਦੇ ਡੋਲ ਗਿਆ, ਕਦੇ ਜੀਅ ਕਰ ਪਿਆ ਸੰਗਤ ਕਰਨ ਨੂੰ, ਇਹ ਰਜੋਗੁਣ ਦੀ ਨਿਸ਼ਾਨੀ ਵੀ ਅੰਦਰ ਰਜੋਗੁਣ ਦੀ ਬਹੁਲਤਾ ਹੈ। ਅਤੇ ਇੱਕ ਜੇ ਸੰਗਤ ਵਿੱਚ ਆਉਣ ਨੂੰ ਮਨ ਹੀ ਨਾ ਕਰਨਾ, ਜਿਵੇਂ ਕਈ ਇੱਥੇ ਵੇਖੀ ਦਾ, ਮੈਨੂੰ 2 ਸਾਲ ਹੋ ਚੱਲੇ, ਉਹ ਮਹਾਂਪੁਰਖ ਅਜੇ ਤੱਕ ਇੱਕ ਵਾਰੀ ਵੀ ਨਹੀਂ ਵੇਖੇ ਵੀ ਇੱਥੇ ਗੁਰੂ ਘਰ ਆਏ ਹੋਣ। ਇਹਦਾ ਅਰਥ ਹੈ ਵੀ ਉਹਨਾਂ ਦੇ ਅੰਦਰ ਤਮੋ ਗੁਣ ਦੀ ਬਹੁਲਤਾ ਹੈ। ਮਹਾਰਾਜ ਦੇ ਨਗਰ ਦੇ ਵਿੱਚ ਸਤਿਗੁਰਾਂ ਦਾ ਪਾਵਨ ਘਰ, ਗੁਰੂ ਘਰ, ਗੁਰਦੁਆਰਾ ਹੋਵੇ, ਅਤੇ ਐਡੇ ਮਾੜੇ ਭਾਗ ਵੀ ਦਰਸ਼ਨ ਕਰਨ ਵੀ ਨਾ ਆਈਏ, ਉਹ ਮਨ ਲੋਚੇ 'ਤੇ ਆਵੇ ਨਾ, ਕਿਉਂਕਿ ਮਨ ਨਹੀਂ ਲੈ ਕੇ ਜਾਣਾ ਜਿੱਧਰ ਲੈ ਕੇ ਜਾਣਾ, ਮਨ ਕਰਦਾ ਹੀ ਨਹੀਂ ਮਹਾਰਾਜ ਦੇ ਦਰਸ਼ਨ ਕਰੀਏ। ਇਹਦਾ ਅਰਥ ਇਹ ਹੈ ਵੀ ਉਹਦੇ ਅੰਦਰ ਤਮੋ ਗੁਣ ਦੀ ਬਹੁਲਤਾ ਹੈ। ਫਿਰ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਬਹਿੰਦਿਆਂ ਸਾਰੀ ਬਿਰਤੀ ਇਕਾਗਰ ਹੋ ਜਾਣੀ। ਇੱਥੋਂ ਪਤਾ ਲੱਗਦਾ ਹੈ ਵੀ ਇਹ ਪ੍ਰਾਣੀ ਦੇ ਅੰਦਰ ਸਤੋ ਗੁਣ ਦੀ ਬਹੁਲਤਾ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਫਿਰ ਬੜੀ ਦਇਆ ਕੀਤੀ, ਇਹਨਾਂ ਨੂੰ ਦੱਸਿਆ ਵੀ ਭਾਈ ਇਸ ਤਰ੍ਹਾਂ ਹੈ ਵੀ ਜੇ ਸ਼ਾਂਤੀ ਚਾਹੀਦੀ ਹੈ ਅਤੇ ਆਹਾਰ 'ਤੇ ਕਾਬੂ ਪਾ ਕਰਕੇ, ਜਾਂ ਜੇ ਕੋਈ ਨਿੰਦਾ ਆਦਿਕ ਕਰਨੀ, ਲਾਲਚ ਕਰਨਾ, ਪਹਿਲਾਂ ਇਹਨਾਂ 'ਤੇ ਕਾਬੂ ਪਾ ਲਿਆ ਜਾਵੇ। ਧੀਰੇ 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 ਸੰਗਤ ਕਰਦਿਆਂ 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 ਜਦੋਂ ਰਜੋ ਅਤੇ ਤਮੋ ਗੁਣ ਘਟ ਜਾਣਗੇ ਹਿਰਦੇ ਅੰਦਰੋਂ,
ਸਤੋਗੁਣ ਵਧਣਾ ਸ਼ੁਰੂ ਹੋਵੇਗਾ। ਜਦੋਂ ਸਾਤਕੀ ਬਿਰਤੀ ਹੋਵੇਗੀ ਉਦੋਂ ਫਿਰ ਸਹਿਜੇ ਸ਼ਾਂਤੀ, ਜਦੋਂ ਕਥਾ ਕੀਰਤਨ ਸੁਣੋਗੇ ਨਾਲ ਦੀ ਨਾਲ ਹੀ ਬਿਰਤੀ ਲੱਗ ਜਾਇਆ ਕਰੇਗੀ। ਤੁਰੰਤ ਹੀ ਝਾਟੀ ਉਹ ਕਥਾ ਕੀਰਤਨ ਵੱਲ ਧਿਆਨ ਵੱਜਾ ਰਹੇ ਕਰੇਗਾ ਅਤੇ ਉਪਦੇਸ਼ ਸਾਰਾ ਸਮਝ ਆਵੇਗਾ, ਮਨ ਦੀ ਮੈਲ ਕੱਟੀ ਜਾਵੇਗੀ। ਇਸ ਤਰ੍ਹਾਂ ਇੱਕ ਪ੍ਰਸੰਗ ਭਾਈ ਦੀਪਾ ਜੀ ਦਾ ਥੋੜ੍ਹਾ ਜਿਹਾ ਲਿਖਿਆ ਕਵੀ ਜੀਆਂ ਵੀ। ਇਹ ਵੀ ਸਿੱਖ ਮਹਾਰਾਜ ਦੇ ਪਾਸ ਰਹਿੰਦਾ ਸੀ, ਸੇਵਾ ਕਰਦਾ ਸੀ। ਜਿਵੇਂ ਬੁਝੇ ਹੋਏ ਦੀਵੇ ਨੂੰ ਜਗਦਾ ਦੀਵਾ ਜਗਾ ਦਿੰਦਾ, ਇਹ ਮਹਾਂਪੁਰਖ ਭਾਈ ਦੀਪਾ ਨੇ ਬੜੇ ਮਨਮੁਖਾਂ ਦਾ ਕਲਿਆਣ ਕੀਤਾ। ਗੁਰੂ ਦੀ ਸਿੱਖਿਆ, ਗੁਰੂ ਕਾ ਉਪਦੇਸ਼ ਉਹਨੂੰ ਸੁਣਾ ਕੇ ਮਹਾਰਾਜ ਦੇ ਘਰ ਦੀ ਸੋਭਾ ਸਾਖੀਆਂ ਅਤੇ ਬੜਿਆਂ ਦੇ ਹਿਰਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਪਰਥਾਏ ਸ਼ਰਧਾ ਦਾ ਦੀਪ ਪ੍ਰਜਵਲਿਤ ਕੀਤਾ ਹੈ। ਇਸ ਤਰ੍ਹਾਂ ਅੱਗੇ ਜਿਵੇਂ ਹੁਣ ਕੁਝ ਹੋਰ ਪ੍ਰਸੰਗ ਆ ਰਹੇ ਹੈ ਸਿੱਖਾਂ ਦੇ, ਸੁਣੀਏ ਜੀ। ਚਿਤ ਬਿਰਤੀ ਇਕਾਗਰ ਕਰੋ, ਧੰਨ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼ਾਂਤੀ ਕੇ ਪੁੰਜ ਸਤਿਗੁਰਾਂ ਨੂੰ ਹਿਰਦੇ ਵਸਾਓ, ਰਸਨਾ ਕਰੋ ਪਵਿੱਤਰ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ। ਕਵੀ ਜੀ ਕਹਿੰਦੇ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੇਅੰਤ ਪਾਪੀਆਂ ਦਾ, ਜੀਵਾਂ ਦਾ ਕਲਿਆਣ ਕਰ ਰਹੇ ਹਨ। ਕਰਤ ਸੁਧਾ ਸਰਬਾਸ। ਤੇ ਅੰਮ੍ਰਿਤਸਰ ਸਾਹਿਬ ਦੇ ਪਾਵਨ ਪਵਿੱਤਰ ਨਗਰ ਵਿੱਚ ਮਹਾਰਾਜ ਨੇ ਵਾਸਾ ਕੀਤਾ ਹੋਇਆ। ਇੱਥੇ ਸਤਿਗੁਰਾਂ ਦੀ ਰਹਿائش ਹੈ। ਸੰਗਤ ਆਵੈ ਦਰਸ਼ਕੋ। ਤੇ ਅੰਮ੍ਰਿਤਸਰ ਸਾਹਿਬ ਮਹਾਰਾਜ ਦੇ ਪਾਸ ਬੇਅੰਤ ਸੰਗਤਾਂ ਹਜ਼ੂਰ ਦੇ ਦਰਸ਼ਨਾਂ ਨੂੰ ਰੋਜ਼ ਬਰ ਰੋਜ਼ ਪਹੁੰਚਦੀਆਂ ਹਨ। ਸ੍ਰੀ ਗੁਰੂ ਅਰਜਨ ਪਾਸ। ਆਉਂਦੀਆਂ ਸੰਗਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਸ ਆਪਣੇ ਦੁੱਖੜੇ ਲੈ ਲੈ ਕੇ ਰੋਂਦੇ ਆਉਂਦੇ ਆ, ਹੱਸਦੇ ਜਾਂਦੇ ਹਨ। ਚੌਪਈ ਏਕ ਕਪੂਰ ਦੇਉ ਸਿੱਖ ਭਾਰੀ। ਇੱਕ ਭਾਈ ਕਪੂਰ ਦੇਵ ਨਾਮ ਦਾ ਸਿੱਖ ਹੈ, ਜਿਹਦੀ ਗੁਰੂ ਅਰਜਨ ਦੇਵ ਮਹਾਰਾਜ 'ਤੇ ਬੜੀ ਸ਼ਰਧਾ ਹੈ। ਬੜਾ ਧੀਰਜ ਵਾਲਾ ਸ਼ਰਧਾਵਾਨ ਸਿੱਖ ਹੈ। ਸੁਤ ਬਨਿਤਾ ਜੁਤ ਸਿੱਖੀ ਧਾਰੀ। ਇਹਨੇ ਆਪਣੀ ਪਤਨੀ ਤੇ ਆਪਣੇ ਪੁੱਤਰ ਦੇ ਸਮੇਤ ਹੀ ਸਿੱਖੀ ਧਾਰੀ ਵੀ। ਇੱਕ ਤਾਂ ਹੁੰਦਾ ਨਾ ਕੋਈ ਪਰਿਵਾਰ 'ਚੋਂ ਇੱਕ ਅੱਧਾ ਸਿੱਖ ਹੈ, ਬਾਕੀ ਨਹੀਂ। ਇਹ ਸਾਰਾ ਪਰਿਵਾਰ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸਿੱਖ ਹੈ। ਸੇਵਾ ਕਰ ਪ੍ਰਸੰਨ ਸਿੱਖ ਕਰੈ। ਤੇ ਬਹੁਤ ਸੇਵਾ ਕਰਨ ਵਾਲਾ, ਸਿੱਖਾਂ ਦੀ ਸੇਵਾ ਕਰ ਕਰਕੇ ਸਿੱਖਾਂ ਨੂੰ ਖੁਸ਼ ਕਰਦਾ। ਮਨ ਵਿੱਚ ਇਹ ਹੀ ਸੰਕਲਪ ਹੈ ਵੀ ਜਿਹਦੇ 'ਤੇ ਸਿੱਖ ਖੁਸ਼ ਹੈ ਉਹਦੇ 'ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਖੁਸ਼ ਹਨ। ਇਸ ਲਈ ਸਿੱਖਾਂ ਦੀ ਸੇਵਾ ਕਰਦਾ, ਸਿੱਖਾਂ ਨੂੰ ਖੁਸ਼ ਕਰਦਾ ਰਹਿੰਦਾ ਹੈ। ਵੱਡੋ ਪ੍ਰੇਮ ਮਿਲਬੋ ਜਬ ਧਰੈ। ਤੇ ਜਦੋਂ ਮਹਾਰਾਜ ਦਾ ਕੋਈ ਸਿੱਖ ਇਹਨੂੰ ਮਿਲਦਾ ਹੈ ਤੇ ਇਹ ਗਦ-ਗਦ ਹੋ ਜਾਂਦਾ, ਬੜਾ ਇਹਦੇ ਅੰਦਰ ਪ੍ਰੇਮ ਜਾਗਦਾ ਹੈ। ਇੱਕ ਦਿਨ ਸ਼੍ਰੀ ਅਰਜਨ ਕੋ ਪੁੱਛਾ। ਤੇ ਇੱਕ ਦਿਨ ਕਹਿੰਦੇ ਇੱਥੇ ਅੰਮ੍ਰਿਤਸਰ ਸਾਹਿਬ ਪਹੁੰਚਿਆ ਭਾਈ ਕਪੂਰ ਦੇਵ ਨਾਮ ਦਾ ਸਿੱਖ, ਕਪੂਰ ਦੇਵ ਕਹਿ ਲਓ। ਇਹ ਕਪੂਰ ਦੇਵ ਨਾਮ ਦੇ ਸਿੱਖ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਆ ਕੇ ਦਰਸ਼ਨ ਦੀਦਾਰ ਕੀਤੇ ਤੇ ਹੱਥ ਜੋੜ ਕੇ ਅਰਦਾਸ ਕੀਤੀ। ਪੁੱਛਣ ਲੱਗਿਆ ਹੈ, ਸਿੱਖ ਪਿਆਰੋ ਤੁਮਰੋ ਔਰ ਸੂਛਾ। ਸੱਚੇ ਪਾਤਸ਼ਾਹ, ਕੋਈ ਇਹੋ ਜਿਹਾ ਸਿੱਖ ਹੋਵੇ ਜਿਹੜਾ ਤੁਹਾਡਾ ਪਿਆਰਾ ਜਾਂ ਤੁਹਾਨੂੰ ਪਿਆਰ ਕਰਨ ਵਾਲਾ ਡਾਢਾ, ਜਿਹਦਾ ਮਨ ਬਹੁਤ ਸੁੱਚਾ ਹੋਵੇ, ਮਨ ਦਾ ਪਵਿੱਤਰ ਹੋਵੇ। ਜਿਨ ਕੋ ਦਰਸ਼ਨ ਮੋਹਿ ਕਰਾਵਹ। ਇਹੋ ਜਿਹੇ ਸਿੱਖ ਦੇ ਮਹਾਰਾਜ ਮੈਂ ਦਰਸ਼ਨ ਕਰਨੇ ਚਾਹੁੰਦਾ ਵੀ ਤੁਹਾਡੇ ਘਰ ਦਾ ਪਵਿੱਤਰ ਹਿਰਦੇ ਵਾਲਾ ਕੋਈ ਸੱਚਾ ਸੁੱਚਾ ਪੂਰਨ ਗੁਰਸਿੱਖ ਮਹਾਂਪੁਰਖ ਹੋਵੇ। ਇਸ ਥਲ ਅਹੈ ਕਿ ਅਪਰ ਬਤਾਵਹ। ਮਹਾਰਾਜ ਮੈਨੂੰ ਦਰਸ਼ਨ ਕਰਾਓ। ਜੇ ਤਾਂ ਇੱਥੇ ਅੰਮ੍ਰਿਤਸਰ ਸਾਹਿਬ ਹੀ ਕੋਈ ਇਹੋ ਜਿਹਾ ਸਿੱਖ ਹੈ ਤੇ ਮੈਂ ਇੱਥੇ ਦਰਸ਼ਨ ਕਰ ਲੈਂਦਾ। ਜੇ ਕਿਤੇ ਲਾਗੇ ਕਿਤੇ ਦੂਰ ਨੇੜੇ ਪਿੰਡ ਵਿੱਚ ਤੁਹਾਡਾ ਕੋਈ ਸਿੱਖ ਰਹਿੰਦਾ ਹੈ, ਮੈਨੂੰ ਜਗ੍ਹਾ ਦੱਸ ਦਿਓ, ਮੈਂ ਉੱਥੇ ਪਹੁੰਚ ਕੇ ਉਹਦੇ ਦਰਸ਼ਨ ਕਰਾਂਗਾ, ਪਰ ਦਰਸ਼ਨ ਜ਼ਰੂਰ ਕਰਾਓ ਜੀ। ਸ੍ਰੀ ਮੁਖ ਤੇ ਫੁਰਮਾਵਣ ਕੀਅਤਿਹ। ਭਾਈ ਕਪੂਰ ਦੇਵ ਦਾ ਬਚਨ ਸੁਣ ਕੇ ਹਜ਼ੂਰ ਨੇ ਸ਼੍ਰੀ ਮੁਖ ਤੋਂ ਇਉਂ ਆਖਿਆ ਹੈ, ਸੰਮਣ ਹੈ ਸਹਿਬਾਜਪੁਰੇ ਮਹਿ। ਮਹਾਰਾਜ ਕਹਿੰਦੇ ਭਾਈ ਕਪੂਰ ਦੇਵ
ਸਾਡਾ ਸਿੱਖ ਸ਼ਾਹਬਾਜ਼ਪੁਰੇ ਵਿੱਚ ਇੱਕ ਸੰਮਣ ਨਾਂ ਦਾ ਗੁਰਮੁਖ ਪਿਆਰਾ ਰਹਿੰਦਾ ਹੈ ਸੁਣਤ ਕਪੂਰ ਦੇਵ ਤਹਿ ਗਇਓ। ਤੇ ਉਹਦੇ ਜਾ ਕੇ ਦਰਸ਼ਨ ਕਰ, ਤੈਨੂੰ ਲੱਗ ਜਾਵੇਗਾ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਕਿੱਡੇ ਕਿੱਡੇ ਮਹਾਂਪੁਰਖ ਸਿੱਖ ਰਹਿੰਦੇ ਆ। ਕਿੰਨੀ ਸ਼ਰਧਾ, ਕਿੰਨਾ ਭਰੋਸਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਉੱਪਰ ਉਹਨਾਂ ਨੂੰ। ਸੁਣ ਕੇ ਭਾਈ ਕਪੂਰ ਦੇਵ ਤੇ ਸ਼ਾਹਬਾਜ਼ਪੁਰੇ ਉਹ ਭਾਈ ਸੰਮਣ ਦੇ ਦਰਸ਼ਨਾਂ ਨੂੰ ਪਹੁੰਚਿਆ ਹੈ। ਸੰਮਣ ਸੰਗ ਮੇਲ ਤਿਨ ਕੀਓ। ਨਗਰ ਵਿੱਚ ਘਰ ਪੁੱਛ ਕੇ ਸ਼ਾਹਬਾਜ਼ਪੁਰੇ ਵਿੱਚ ਭਾਈ ਸੰਮਣ ਨੂੰ ਜਾ ਮਿਲਿਆ ਹੈ। ਸੇਵਾ ਕਰ ਨਿਜ ਸਦਨ ਉਤਾਰਾ। ਉਹ ਗੁਰਮੁਖ ਨੇ ਬੜੀ ਇਹਦੀ ਸੇਵਾ ਕੀਤੀ। ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਮੇਰੇ ਪਾਸ ਘਰ ਸਿੱਖ ਭੇਜਿਆ। ਚਾਅ ਚੜ੍ਹ ਗਿਆ ਉਸ ਭਾਈ ਸੰਮਣ ਜੀ ਨੂੰ, ਬੜੀ ਇਹਦੀ ਸੇਵਾ ਕੀਤੀ। ਜੀਉ ਆਇਆ ਆਖਿਆ, ਸਤਿਕਾਰ ਕਦਰ ਕੀਤੀ ਹੈ। ਆਪ ਕਰਨ ਲਾਗਿਓ ਅਸਕਾਰਾ। ਤੇ ਸਿੱਖ ਨੂੰ ਘਰ ਵਿੱਚ ਰੱਖ ਲਿਆ, ਆਪਦੇ ਘਰ 'ਚ ਹੀ ਉਹਦਾ ਉਤਾਰਾ ਕਰਵਾ ਲਿਆ ਵੀ ਕੁਝ ਦਿਨ ਸਿੱਖਾ ਇੱਥੇ ਰਹਿ, ਮੈਂ ਤੇਰੀ ਸੇਵਾ ਕਰਨੀ ਚਾਹੁੰਦਾ। ਇਉਂ ਸਿੱਖ ਦੇ ਪਾਸ ਕੁਝ ਕੁ ਸਮਾਂ ਬਹਿ ਕੇ ਤੇ ਭਾਈ ਸੰਮਣ ਜੀ ਆਪਣੇ ਕੰਮਾਂ ਕਾਰਾਂ ਨੂੰ ਰੁੱਝ ਗਏ ਹੈ। ਈਂਧਨ ਅਧਿਕ ਮੋਲ ਕੋ ਆਨਾ। ਤੇ ਇਹ ਵੇਖਦਾ ਪਿਆ ਘਰ ਵਿੱਚ ਬੈਠਾ ਹੋਇਆ। ਪਹਿਲਾਂ ਤਾਂ ਇਹਨੇ ਬਹੁਤ ਮਹਿੰਗਾ ਬਾਲਣ ਜਿਹੜਾ ਖਰੀਦ ਕੇ ਭਾਈ ਸੰਮਣ ਨੇ ਬਾਜ਼ਾਰੋਂ ਲਿਆਂਦਾ ਹੈ। ਸਫ ਸਤਰੰਜੀ ਤਿਆਰ ਸੁਠਾਨਾ। ਫਿਰ ਕੋਈ ਆ ਸਫਾ ਜੀਆਂ ਹੁੰਦੀਆਂ ਥੱਲੇ ਚਟਾਈਆਂ ਚਾਰ ਪਾਈਆਂ ਜੀਆਂ ਵਿਛਾਉਣ ਵਾਲੀਆਂ, ਉਹ ਸਾਰੀਆਂ ਇਕੱਠੀਆਂ ਕਰ ਕਰਕੇ ਜਾਂ ਬਾਜ਼ਾਰੋਂ ਲਿਆ ਕੇ ਜਾਂ ਉਹਨਾਂ ਨੂੰ ਇਕੱਠੀਆਂ ਤੋਪੇ ਲਾ ਲਾ ਕੇ ਇਕੱਠੀਆਂ ਜੋੜਦਾ, ਵੱਡਾ ਸਾਰਾ ਜਿਵੇਂ ਪਲੜ ਬਣਾਉਂਦੇ ਆ, ਇਸ ਤਰ੍ਹਾਂ ਉਹ ਸਾਫ ਜੀ ਬਣਾ ਰਿਹਾ ਹੈ। ਅਪਰ ਸਮਗਰੀ ਵਸਤਰ ਆਦ। ਤੇ ਹੋਰ ਕੀ ਫਿਰ ਕਰਦਾ ਤੇ ਸਫਾਨੀਆਂ ਵਿਛਾ ਕੇ ਬਣਾ ਕੇ ਇਕੱਠਿਆਂ, ਤੇ ਉਸ ਤੋਂ ਬਾਅਦ ਜਿਵੇਂ ਕੋਈ ਆ ਬਸਤਰ ਹੁੰਦੇ ਆ, ਆ ਖੱਫਣ ਆਦਿਕ, ਇਹ ਖਰੀਦ ਕੇ ਲੈ ਕੇ ਆਇਆ। ਉਹ ਆਪਦੇ ਹੱਥੀਂ ਸਿਉਂਦਾ। ਹੋਰ ਇਸ ਤਰ੍ਹਾਂ ਦੇ ਜਿਹੜੇ ਕੋਈ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਵਰਤੇ ਜਾਂਦੇ ਆ ਨਾ, ਜਿੰਨੇ ਵੀ ਉਹ ਵਸਤੂਆਂ ਸਮੱਗਰੀ, ਉਹ ਸਾਰੀ ਹੌਲੀ ਹੌਲੀ ਇਹ ਭਾਈ ਸੰਮਣ ਜਿਹੜਾ ਇਕੱਠੀ ਕਰ ਰਿਹਾ ਹੈ। ਲਿਆਵਤ ਭਇਓ ਸੋ ਮਨ ਅਹਿਲਾਦ। ਤੇ ਦੁੱਖ ਕੋਈ ਵੀ ਨਹੀਂ ਹੈ, ਖੁਸ਼ੀ ਖੁਸ਼ੀ ਇਹ ਸਾਰੀਆਂ ਜਿਹੜੀਆਂ ਵਸਤੂਆਂ ਲੈ ਲੈ ਕੇ ਘਰ ਪਹੁੰਚਦਾ, ਇਕੱਠੀਆਂ ਕਰੀ ਜਾਂਦਾ ਹੈ। ਕਰ ਕਰ ਤਿਆਰ ਸਦਨ ਮਹਿ ਧਰੈ। ਤੇ ਤਿਆਰ ਬਰ ਤਿਆਰ ਕਰ ਕਰਕੇ ਆਪਣੇ ਘਰ ਵਿੱਚ ਧਰੀ ਜਾਂਦਾ ਹੈ, ਰੱਖੀ ਜਾਂਦਾ ਹੈ। ਵਾਹਿਗੁਰੂ ਮੁਖ ਨਾਮ ਉਚਰੈ। ਤੇ ਬੋਲਦਾ ਘੱਟ ਹੀ ਹੈ, ਮੁੱਖੋਂ ਬਸ ਵਾਹਿਗੁਰੂ 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 ਬੋਲਦਾ ਹੈ। ਕਪੂਰ ਦਿਓ ਸਭ ਪੇਖਤ ਰਹਿਓ। ਇਹ ਜਿਹੜਾ ਕਪੂਰ ਦੇਵ ਅੰਮ੍ਰਿਤਸਰ ਸਾਹਿਬ ਤੋਂ ਸਿੱਖ ਆਇਆ ਹੈ, ਇਹ ਇਸ ਭਾਈ ਸੰਮਣ ਦੀ ਸਾਰੀ ਕਿਰਿਆ, ਜਿਵੇਂ ਬਾਲਣ ਵੱਢਦਾ ਹੈ, ਰੱਖਦਾ ਹੈ, ਜੋੜਦਾ ਹੈ, ਉਹ ਦਰੀਆਂ ਸਫਾਨੀਆਂ ਇਕੱਠੀਆਂ ਕਰਦਾ ਹੈ, ਉਹ ਸਾਰਾ ਕੁਝ ਅੱਖਾਂ ਨਾਲ ਵੇਖੀ ਜਾਂਦਾ ਹੈ। ਜਿਹ ਪ੍ਰਕਾਰ ਕਰਤ ਬਹੁ ਲਹਿਓ। ਆਨੇ ਵੇਖ ਲਿਆ ਵੀ ਇਹ ਤਾਂ ਕਿੰਨੇ ਦਿਨ ਹੋ ਗਏ ਮੈਨੂੰ ਆਏ ਨੂੰ, 2-3 ਦਿਨ, ਤੇ ਇਹ ਤਾਂ ਇਸੇ ਹੀ ਕੰਮ ਵਿੱਚ ਲੱਗਿਆ ਹੋਇਆ ਹੈ। ਜਬ ਕਰ ਕਾਰ ਆਇਓ ਟਿਗ ਸੋਏ। ਤੇ ਜਦੋਂ ਕੰਮ ਕਾਰ ਜਾਂ ਨਿਬੜ ਗਿਆ, ਭਾਈ ਇਹ ਸੰਮਣ ਨੇ ਨਿਬੇੜ ਲਿਆ ਉਹਦਾ ਸਾਰਾ, ਲੱਕੜਾਂ ਲੁਕੜਾਂ ਜੀਆਂ ਜੋੜ ਲਈਆਂ, ਸਾਫ ਜੀ ਵੀ ਸਾਰੀ ਵਿਛਾ ਕੇ ਇਕੱਠੀ ਕਰ ਲਈ, ਫਿਰ ਵੀ ਕਿੱਡੀ ਕੁ ਹੈ। ਤੇ ਭਾਈ ਕਪੂਰ ਦੇਵ ਦੇ ਪਾਸ ਆ ਕੇ ਬੈਠਾ ਜਦ, ਕਪੂਰ ਦੇਵ ਪਿਖ ਬਿਸਮੈ ਹੋਏ। ਇਹਦੇ ਵੱਲ ਵੇਖ ਵੇਖ ਕੇ ਭਾਈ ਕਪੂਰ ਦੇਵ ਅੰਮ੍ਰਿਤਸਰ ਸਾਹਿਬ ਵਾਲਾ ਬਹੁਤ ਹੈਰਾਨ ਹੋ ਰਿਹਾ ਹੈ। ਬੈਠ ਨਿਕਟ ਤਿੰਨ ਪੂਛੀ ਫੇਰ। ਇਹ ਲਾਗੇ ਬਹਿ ਕਰਕੇ ਨਾ ਇਹ ਜਿਹੜਾ ਕਪੂਰ ਦੇਵ ਹੈ ਤੇ ਭਾਈ ਸੰਮਣ ਨੂੰ ਇਸ ਤਰ੍ਹਾਂ ਪੁੱਛਣ ਲੱਗਿਆ ਹੈ। ਧੰਨ ਭਾਗ ਤੁਮ ਦਰਸ਼ਨ ਹੇਰ। ਆਖਿਆ ਉਹ ਭਾਈ ਸੰਮਣ ਆ ਕੇ ਕਪੂਰ ਦੇਵ ਦੇ ਪਾਸ ਬੈਠਾ, ਤੇ ਕਪੂਰ ਦੇਵ ਨਾਲੇ ਹੈਰਾਨ ਹੁੰਦਾ। ਭਾਈ ਸੰਮਣ ਨੇ ਆ ਕੇ ਪੁੱਛਿਆ ਹੈ ਕਿ ਹੇ ਗੁਰੂ ਕੇ ਸਿੱਖਾ, ਵੱਡੇ ਭਾਗ ਹੈ ਭਾਈ ਤੇਰੇ ਦਰਸ਼ਨ ਹੋਏ, ਵੱਡੇ ਮੇਰੇ ਭਾਗ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਤੈਨੂੰ ਮੇਰੇ ਘਰ ਭੇਜਿਆ ਹੈ। ਦਇਆ ਕਰੀ ਦਰਸ਼ਨ ਦੇ ਆਨੋ। ਤੂੰ ਬੜੀ ਦਇਆ ਕੀਤੀ ਹੈ, ਅੰਮ੍ਰਿਤਸਰੋਂ ਚੱਲ ਕੇ ਤੇ ਮੈਨੂੰ ਦਰਸ਼ਨ ਆਣ ਬਖਸ਼ੇ ਹਨ। ਕੌਣ ਕਾਜ ਮੁਖ ਕਰੋ ਬਖਾਨੋ। ਹੁਣ ਮੈਨੂੰ ਦੱਸ ਵੀ ਕਿਹੜਾ ਕੰਮ ਹੈ ਵੀ ਮੈਂ ਤੇਰਾ ਕਰਾਂ, ਵੀ ਜੇ ਕੋਈ ਕੰਮ ਆਇਆ, ਕਿਸ ਕਾਰਜ ਆਇਆ, ਵੀ ਮਹਾਰਾਜ ਨੇ ਕੋਈ ਕਾਰਜ ਤਾਂ ਨਹੀਂ, ਕੰਮ ਤਾਂ ਨਹੀਂ ਭੇਜਿਆ, ਵੀ ਲੈ ਹੁਣ ਦੱਸ ਮੈਂ ਕੋਈ ਤੇਰਾ ਕੋਈ ਵੱਡਾ ਕੰਮ ਹੈ ਜਿਹਦੇ ਨਾਲ ਤੇਰੀ ਮੈਨੂੰ ਖੁਸ਼ੀ ਮਿਲੇ,
ਉਹ ਕੰਮ ਜ਼ਰੂਰ ਦੱਸਣਾ ਕਰ। ਕਹਿਓ ਕਪੂਰ ਦਿਓ ਕਿਆ ਕਰੈ। ਤੇ ਕਪੂਰ ਦੇਵ ਕਹਿੰਦਾ ਨਹੀਂ ਕੰਮ ਤਾਂ ਕੋਈ ਨਹੀਂ, ਪਰ ਮੈਨੂੰ ਇਹ ਦੱਸ ਭਾਈ ਸੰਮਣ ਵੀ ਤੂੰ ਕੱਲ ਪਰਸੋਂ ਦਾ ਕਿਹੜੇ ਕੰਮ ਨੂੰ ਰੁੱਝਿਆ ਹੋਇਆ, ਕਿਸ ਕੰਮ ਵਿੱਚ ਲੱਗਾ ਹੋਇਆ ਹੈ। ਮੋਹਿ ਗੁਰ ਪਠਿਓ ਨਾ ਢਿਗ ਕੁਛ ਵੀ ਥਿਰੈ। ਮੈਨੂੰ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਅੰਮ੍ਰਿਤਸਰੋਂ ਭੇਜਿਆ, ਮੈਂ ਚੱਲ ਕੇ ਤੇਰੇ ਘਰ ਆਇਆ ਤੇ ਤੂੰ ਮੇਰੇ ਕੋਲ 10 ਮਿੰਟ ਵੀ ਨਹੀਂ ਬਹਿੰਦਾ। ਕਦੇ ਕਿਸੇ ਪਾਸੇ ਨਿਕਲ ਜਾਣਾ, ਸਮਾਨ ਇਕੱਠਾ ਕਰਦਾ ਫਿਰਦਾ, ਕਦੇ ਕਿਸੇ ਪਾਸੇ ਤੁਰ ਜਾਂਦਾ ਹੈ। ਕਹਿਤ ਭਇਓ ਇਹੋ ਕਾਜ ਜਰੂਰ। ਤੇ ਭਾਈ ਸੰਮਣ ਕਹਿੰਦਾ ਇਹ ਗੁਰੂ ਕੇ ਸਿੱਖ ਕਪੂਰ ਦੇਵ, ਇਹ ਜਿਹੜਾ ਕਾਰਜ ਮੇਰਾ ਬਹੁਤ ਜ਼ਰੂਰੀ ਕੰਮ ਸੀ, ਹੁਣੇ ਹੀ ਕਰਨ ਵਾਲਾ ਹੈ ਸੀ। ਰਹਾ ਨਿਸ਼ਾ ਸਭ ਤੋਰ ਹਦੂਰ। ਤੇ ਉਹ ਕੰਮ ਮੈਂ ਤਾਂ, ਮੇਰਾ ਥੋੜਾ ਕੰਮ ਬਹੁਤ ਹੀ ਜ਼ਰੂਰੀ ਸੀ, ਉਹ ਮੈਂ ਪੂਰਾ ਕਰ ਲਿਆ ਹੈ। ਹੁਣ ਮੈਂ ਤੇਰੇ ਪਾਸ ਹੀ ਹਾਂ, ਰਾਤ ਪੈਣ ਵਾਲੀ, ਆਪਾਂ ਸਾਰੀ ਰਾਤ ਗੁਰੂ ਕੀਆਂ ਕਥਾ ਕਹਾਣੀਆਂ ਵਡਿਆਈ ਜਸ ਕਰਾਂਗੇ। ਸਾਰੀ ਰਾਤ ਮੈਂ ਤੇਰੀ ਸੇਵਾ ਵਿੱਚ ਹਾਜ਼ਰ ਹਾਂ। ਸਭ ਦਿਨ ਮਹਿ ਧੰਦਾ ਕਰ ਲੀਨ। ਤੇ ਸਾਰਾ ਦਿਨ ਜਿਹੜਾ ਕੰਮ ਮੇਰਾ ਸੀ ਨਾ, ਉਹ ਮੈਂ ਸਾਰੇ ਦਿਨ ਵਿੱਚ ਧੰਦਾ ਮੁਕਾ ਦਿੱਤਾ ਹੈ, ਸਭ ਕੰਮ ਸਿਰੇ ਚਾੜ ਦਿੱਤਾ ਹੈ। ਨਿਸ ਮਹਿ ਸੁਤ ਪਿਤ ਕੀਰਤਨ ਕੀਨ। ਤੇ ਇਸ ਤਰ੍ਹਾਂ ਖਾਲਸਾ ਜੀ ਜਦੋਂ ਰਾਤ ਪੈ ਗਈ ਤੇ ਇਹ ਦੋਵੇਂ ਪਿਓ ਪੁੱਤ, ਭਾਈ ਸੰਮਣ ਤੇ ਕਿਹਦਾ ਪੁੱਤਰ, ਦੋਵੇਂ ਹੀ ਜਿਹੜੇ ਆ ਇਹ ਲਾਗੇ ਇਸ ਭਾਈ ਕਪੂਰ ਦੇਵ ਦੇ ਰਹੇ। ਇੱਕ ਤਾਂ ਉਹ ਸਾਧ ਸੰਗ ਜੀ ਸੰਮਣ ਤੇ ਮੂਸਣ ਸਿੱਖ ਹੈ, ਉਹ ਲਾਹੌਰ ਦੇ ਹੋਏ ਹੈ। ਇਹ ਹੋਰ ਭਾਈ ਸੰਮਣ ਦਾ ਜ਼ਿਕਰ ਆ ਰਹੇ ਆ। ਤੋ ਇਸ ਤਰ੍ਹਾਂ ਜਿਹੜਾ ਉਹ ਕਵੀ ਜੀ ਦੱਸਦੇ ਵੀ ਸਿੱਖ ਨੂੰ ਕਹਿੰਦਾ ਹੈ ਭਾਈ ਸੰਮਣ ਵੀ ਹੁਣ ਤੇਰੇ ਕੋਲ ਹੀ ਆ ਸਾਰੀ ਰਾਤ। ਰਾਤ ਪਈ ਤੋਂ ਦੋਵੇਂ ਪਿਓ ਪੁੱਤ ਭਾਈ ਕਪੂਰ ਦੇਵ ਨੂੰ ਕੀਰਤਨ ਸੁਣਾਉਂਦੇ ਆ, ਉੱਚੀ ਉੱਚੀ ਗਾ ਕੇ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਦਾ। ਕਰਿਓ ਪ੍ਰਸੰਨ ਰਹੇ ਤਿਸ ਪਾਸ। ਸਾਰੀ ਰਾਤ ਨਾ ਸੁੱਤੇ ਦੋਵੇਂ ਬਾਪ ਪੁੱਤ ਤੇ ਕੀਰਤਨ ਕਰਦੇ ਆ, ਹੋਰ ਬੜੀ ਕਥਾ ਕਹਾਣੀਆਂ, ਤੇ ਸਿੱਖ ਨੂੰ ਬਹੁਤ ਪ੍ਰਸੰਨ ਕੀਤਾ ਹੈ। ਭਈ ਪ੍ਰਾਤ ਜਬ ਉਦਿਓ ਪ੍ਰਕਾਸ਼। ਦਿਨ ਚੜ੍ਹਿਆ, ਇਸ਼ਨਾਨ ਪਾਣ ਕੀਤਾ ਜਦੋਂ ਸੂਰਜ ਚੜ੍ਹਿਆ ਹੈ। ਤਹਾਂ ਧਾਰ ਵੀ ਲੀਨ ਸਮਾਲ। ਤੇ ਇੰਨੇ ਨੂੰ ਜਦੋਂ ਦਿਨ ਚੜ੍ਹਦਾ ਹੀ ਗਿਆ, ਰਾਤ ਕਿਤੇ ਚੋਰਾਂ ਨੇ ਇੱਥੇ ਪਿੰਡ ਵਿੱਚ ਚੋਰੀ ਕੀਤੀ। ਜਦੋਂ ਚੋਰੀ ਕੀਤੀ ਪਿੰਡ ਵਿੱਚ ਪਤਾ ਲੱਗਿਆ, ਉਹ ਧਾੜ ਵੀ ਛੁਪਦੇ ਫਿਰਦੇ ਆ ਚੋਰ ਜਿਹੜੇ ਹੁੰਦੇ, ਜਾਂ ਜਿਵੇਂ ਡਾਕੂ ਆਦਿਕ ਲੁੱਟ ਮਾਰ ਕੀਤੀ। ਮਗਰ 2-4 ਪਿੰਡਾਂ ਦੀ ਪੰਚਾਇਤਾਂ ਤੇ ਹੋਰ ਜਿਹੜੇ ਵਾ ਲੋਕ ਇਹਨਾਂ ਦੇ ਡਾਂਗਾਂ ਲੈ ਕੇ ਮਗਰ ਪਏ ਹੋਏ ਆ। ਉਹ ਜਿਹੜੇ ਧਾੜ ਵੀ ਡਾਕੂ ਆਦਿਕ ਆ, ਉਹਨਾਂ ਦੀ ਵਹੀਰ ਜਿਹੜੀ ਹੈ ਉਹ ਭਾਈ ਸੰਮਣ ਦੇ ਦਰਵਾਜ਼ੇ ਦੇ ਮੂਹਰੋਂ ਗਲੀ ਵਿੱਚੋਂ ਟੱਪਣ ਲੱਗੀ ਹੈ। ਪਿੱਛੇ ਪਰੀ ਗੁਹਾਰ ਵਿਸ਼ਾਲ। ਅੱਗੇ ਅੱਗੇ ਉਹ ਧਾੜ ਵੀ ਡਾਕੂ ਜੇ ਹਥਿਆਰਾਂ ਸ਼ਾਸਤਰਾਂ ਦੇ ਨਾਲ ਜਾ ਰਹੇ ਆ, ਤੇ ਮਗਰ ਮਗਰ ਜਿਹੜੀ ਹੈ ਬਹੁਤ ਪਿੰਡਾਂ ਦੀ ਭੀੜ ਉਹਨਾਂ ਨੂੰ ਫੜਨ ਵਿੱਚ ਪਈ ਹੋਈ ਹੈ। ਵਿੱਚ ਸੰਮਣ ਕੋ ਸੁਤ ਚੱਲ ਗਇਓ। ਤੇ ਉਹ ਹੁਣ ਸੁਭਾਅ ਹੁੰਦਾ ਸਾਰਿਆਂ ਦਾ ਵੀ ਬਾਹਰ ਰੌਲਾ ਕਾਹਦਾ ਪੈਂਦਾ। ਜਦੋਂ ਗਲੀ ਚੋਂ ਲੰਘੀ ਬੜੀ ਭੀੜ, 4 ਚਫੇਰੇ ਰੌਲਾ ਗਰਦ ਉੱਡਦੀ ਹੈ। ਵੇਖਣ ਵਾਸਤੇ ਸੰਮਣ ਦਾ ਜਿਹੜਾ ਪੁੱਤਰ ਹੈ ਉਹ ਵੀ ਆਪਣੇ ਦਰਵਾਜ਼ੇ ਚੋਂ ਬਾਹਰ ਨਿਕਲਿਆ, ਤੇ ਕਹਿੰਦੇ ਵੀ ਲੁਟੇਰੇ ਪਏ ਆ, ਤੇ ਉਹ ਵੀ ਮਗਰ ਦੌੜ ਗਿਆ ਵੀ ਚਲੋ ਵੇਖਦੇ ਆ ਫੜ ਕੇ ਇਹਨਾਂ ਨੂੰ। ਇਸ ਤਰ੍ਹਾਂ ਉਹ ਫੜਨ ਵਾਸਤੇ ਜਿਹੜਾ ਲੁਟੇਰਿਆਂ ਨੂੰ, ਡਾਕੂਆਂ ਨੂੰ, ਭਾਈ ਸੰਮਣ ਦਾ ਪੁੱਤਰ ਵੀ ਦੌੜਿਆ ਹੈ। ਗੋਰੀ ਲੱਗੀ ਮ੍ਰਿਤਕ ਸੋ ਭਇਓ। ਜਦੋਂ ਗਾਂਹ ਵਧੇ ਤੇ ਉਹ ਸ਼ਾਸਤਰਧਾਰੀ ਉਹਨਾਂ ਦੇ ਪਾਸ ਸਨ, ਸ਼ਾਸਤਰ ਆਦਿਕ ਡਾਕੂਆਂ ਧਾੜਵੀਆਂ ਦੇ। ਉਹਨਾਂ 'ਚੋਂ ਇੱਕ ਨੇ ਵਹੀਰ ਵਾਲੇ ਪਾਸੇ ਨੂੰ ਗੋਲੀ ਚਲਾਈ, ਤੇ ਅੱਗੇ ਸਾਰਿਆਂ ਤੋਂ ਇਹ ਸੰਮਣ ਦਾ ਪੁੱਤਰ ਸੀ। ਉਹ ਗੋਲੀ ਜਾ ਸੰਮਣ ਦੇ ਪੁੱਤਰ ਦੇ ਮੱਥੇ ਵਿੱਚ ਵੱਜੀ ਹੈ। ਕਰ ਰਾਖਿਓ ਬਹੁ ਕਾਸ਼ਟ ਤਿਆਰੀ। ਤੇ ਮੱਥੇ ਵਿੱਚ ਗੋਲੀ ਵੱਜਦਿਆਂ ਸਾਰੀ ਭਾਈ ਸੰਮਣ ਦਾ ਪੁੱਤਰ ਨੌਜਵਾਨ ਚੜ੍ਹਾਈ ਕਰ ਗਿਆ। ਤੇ ਨਗਰ ਵਾਲਿਆਂ ਨੇ ਫਿਰ ਦੱਸਿਆ, ਚੁੱਕ ਕੇ ਘਰ ਵਿੱਚ ਲੈ ਆਏ। ਮੱਥੇ ਕੋਈ ਵੱਟ ਨਹੀਂ ਭਾਈ ਸੰਮਣ ਦੇ। ਇਸ ਤਰ੍ਹਾਂ ਉਹਨਾਂ ਨੇ ਇਹ ਵੇਖਿਆ ਸਾਰਾ ਕਾਰਜ, ਤੇ ਭਾਈ ਸੰਮਣ ਜੀ ਨੇ ਲੱਕੜ ਆਦਿਕ ਤਾਂ ਪਹਿਲਾਂ ਹੀ ਘਰ ਵਿੱਚ ਕਵੀ ਕਹਿੰਦੇ ਵੱਢ ਕੇ ਰੱਖੀ ਸੀ, ਤਿਆਰ ਕੀਤੀ ਹੋਈ ਸੀ। ਸੋਲੇ ਕਰ ਸੁਤ ਚਿਖਾ ਸਵਾਰੀ। ਉਹ ਸਾਰੀ ਲੱਕੜ ਲੈ ਕਰਕੇ ਤੇ ਪੁੱਤਰ ਦੀ ਚਿਖਾ ਜਿਹੜੀ ਉਹ ਸਵਾਰ ਦਿੱਤੀ ਹੈ, ਅੰਗੀਠਾ ਚਿਣ ਦਿੱਤਾ ਹੈ। ਤਿਹ ਉਚਵਾਏ ਜਬ ਹੈ ਲੈ ਚਾਲੇ। ਤੇ ਆਪ ਹੱਥੀਂ ਚਿਖਾ ਤਿਆਰ ਕੀਤੀ। ਜਦੋਂ ਪੁੱਤਰ ਨੂੰ ਚੁੱਕ ਕਰਕੇ ਲੈ ਚੱਲੇ ਆ ਸ਼ਮਸ਼ਾਨ ਭੂਮਿਕਾ ਵਾਲੇ ਪਾਸੇ ਨੂੰ, ਸੰਮਣ ਕੀਰਤਨ ਕਰਤ ਵਿਸਾਲੇ। ਤੇ ਆਪ ਇਹ ਜਿਹੜਾ ਨਾ ਸਰੰਦਾ ਫੜ ਕੇ ਭਾਈ ਸੰਮਣ ਕੀਰਤਨ ਕਰਦੇ ਆਪਣੇ ਪੁੱਤਰ ਦੀ ਲਾਸ਼ ਦੇ,
ਅੱਗੇ ਅੱਗੇ ਜਾਂਦਾ ਹੋਇਆ ਕੀਰਤਨ ਕਰਦਾ ਜਾਂਦਾ ਹੈ। ਸੁਤ ਮ੍ਰਿਤ ਕੇ ਆਗੇ ਚੱਲ ਗਇਓ। ਤੇ ਪੁੱਤਰ ਜਿਹੜਾ ਵਾ ਉਹ ਮਰਿਆ ਹੋਇਆ, ਚਿਖਾ ਉਹਦੇ ਅੰਗੇ ਪਾਇਆ ਹੋਇਆ ਸੀੜੀ ਤੇ, ਉਹਦੇ ਅੱਗੇ ਅੱਗੇ ਦਾ ਬਾਪ ਜਿਹੜਾ ਵਾ ਨੌਜਵਾਨ ਪੁੱਤਰ ਦੇ ਜਿਹੜੇ ਵਾ ਅੰਤਮ ਯਾਤਰਾ ਦੇ ਅਗਲੇ ਪਾਸੇ ਕੀਰਤਨ ਕਰਦਾ ਜਾਂਦਾ। ਤੋ ਇੱਥੇ ਸਾਧ ਸੰਗਤ ਜੀ ਇਹ ਮਰਿਆਦਾ ਆ ਵੀ ਜੇ ਕੋਈ ਗੁਰਮੁਖ, ਕੋਈ ਚੰਗਾ ਬਾਣੀ ਵਾਲਾ, ਜਿਹਨੇ ਸਾਰੀ ਉਮਰ ਬਾਣੀ ਦੀ ਕਮਾਈ ਕੀਤੀ ਹੈ, ਜਦੋਂ ਚੜ੍ਹਾਈ ਕਰ ਜਾਵੇ ਤੇ ਜੇ ਕੋ ਮਹਾਂਪੁਰਖ ਚੜ੍ਹਾਈ ਕੀਤਾ, ਕੋਈ ਚੰਗੇ ਬੰਦਗੀ ਵਾਲਾ ਹੋਵੇ, ਅੰਮ੍ਰਿਤਧਾਰੀ ਹੋਵੇ, ਤੇ ਘਰ ਵਿੱਚ ਕੀਰਤਨ ਕੀਤਾ ਜਾਵੇ ਉੱਚੇ ਥਾਂ, ਕੀਰਤਨੀ ਸਿੰਘਾਂ ਸਿੱਖਾਂ ਨੂੰ ਬਿਠਾਲ ਕੇ, ਜਦੋਂ ਇਸ਼ਨਾਨ ਪਾਣ ਤੋਂ ਬਾਅਦ ਸ਼ਮਸ਼ਾਨ ਭੂਮਿਕਾ ਨੂੰ ਚਾਲਾ ਵੱਜਦਾ, ਉਦੋਂ ਅੱਗੇ ਕੀਰਤਨ ਵਾਲੇ ਜਿਹੜੇ ਰਾਗੀ ਸਿੱਖ ਲੱਗਣ। ਅਤੇ ਜਿਵੇਂ ਪੈਰ ਜੇ ਗਾਂਹ ਨੂੰ ਕਰ ਲੈਂਦੇ ਆ, ਇਹ ਨਹੀਂ, ਸਿਰ ਵਾਲਾ ਹੀ ਪਾਸਾ ਹੋਵੇ ਅੱਗੇ ਜਿੱਧਰ ਨੂੰ ਤੁਰਨਾ, ਅਤੇ ਸਿਰ ਵਾਲੇ ਪਾਸੇ ਤੋਂ ਵੀ ਅਗਲੇ ਪਾਸੇ ਰਾਗੀ ਕੀਰਤਨ ਕਰਦੇ। ਹੁਣ ਕਈ ਉਹ ਪੈਰ ਜੇ ਅਗਾਂਹ ਕਰ ਲੈਂਦੇ ਜਾਂ ਪੈਰ ਪਿਛਾਂਹ ਨੂੰ, ਅਤੇ ਉੱਥੇ ਉਹ ਲੋਥ ਦੇ ਜਾਣਾ ਮ੍ਰਿਤਕ ਪ੍ਰਾਣੀ ਉਹਦੇ ਮਗਰਲੇ ਪਾਸੇ ਕੀਰਤਨ ਵਾਲੇ ਤੁਰੇ ਜਾਂਦੇ। ਇਸ ਤਰ੍ਹਾਂ ਨਹੀਂ ਅੱਗੇ, ਪਰ ਉਹ ਕਰਨਾ ਉਹਦੇ ਆ ਜਿਹੜਾ ਕੋਈ ਬਾਣੀ ਦਾ ਧਾਰਨੀ ਹੈ, ਜਿਹਨੇ ਸਾਰੀ ਉਮਰ ਕੋਈ ਬਾਣੀ ਪੜ੍ਹੀ ਆ, ਕੋਈ ਵੱਡੀ ਸੇਵਾ ਕੀਤੀ ਹੈ। ਅਤੇ ਜਿਹਨੇ ਜਿਉਂਦੇ ਨੇ ਕੀਰਤਨ ਨਹੀਂ ਸੁਣਿਆ, ਉਹਨੂੰ ਹੁਣ ਕੀਰਤਨ ਸੁਣਾਇਆ ਕੀ ਕਰੇਗਾ। ਕਰਨਾ ਉਹਦੇ ਆ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰੇਮੀ ਹੈ, ਪਿਆਰ ਕਰਨ ਵਾਲਾ, ਬਾਣੀ ਪੜ੍ਹਨ ਵਾਲਾ। ਇਹ ਮਤਲਬ ਕਿ ਚੰਗੇ ਗੁਰਮੁਖਾਂ ਵਾਸਤੇ ਜਿਹੜੇ ਵੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਰਵਾਇਤਾਂ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇਤਿਹਾਸ ਵਿੱਚ ਵੀ ਜ਼ਿਕਰ ਆ ਹੀ ਗਿਆ। ਤੋ ਇਸ ਤਰ੍ਹਾਂ ਭਾਈ ਸਾਮਣ ਆਪਣੇ ਪੁੱਤਰ ਦੀ ਲਾਸ਼ ਦੇ ਅੱਗੇ ਅੱਗੇ ਕੀਰਤਨ ਕਰਦਾ ਜਾਂਦਾ ਹੈ। ਕਾਸ਼ਟ ਸੰਗ ਦਾਹ ਕਰ ਦਿਓ। ਸਾਰੇ ਨਗਰ ਨੇ ਰਲ ਕਰਕੇ ਵੱਡੇ ਅੰਗੀਠੇ ਵਿੱਚ ਚਿਣ ਕੇ ਤੇ ਇਸ ਦਾ ਸੰਸਕਾਰ ਕਰ ਦਿੱਤਾ ਹੈ। ਨਰਬਤ ਰਾਵਣ ਕੋ ਜਬ ਆਏ। ਤੇ ਇਸ ਤਰ੍ਹਾਂ ਜਿਹੜਾ ਹੈ ਮਨੁੱਖ ਜਿਹੜੇ ਵੈ ਦੱਸਣ ਵਾਸਤੇ ਜਿਵੇਂ ਕੋਈ ਆ ਹਿਰਖ ਕਰਨ ਆਉਂਦੇ ਆ। ਭਾਈ ਸੰਮਣ ਦੇ ਘਰ ਵਿੱਚ ਜਦੋਂ ਨਗਰ ਦੇ ਤੇ ਕੋਈ ਰਿਸ਼ਤੇਦਾਰ ਹਿਰਖ ਕਰਨ ਵਾਸਤੇ ਪਹੁੰਚੇ ਹਨ। ਸਾਫ ਸਤਰੰਜੀ ਦੀਨ ਦਸ਼ਾਏ। ਤੇ ਜਿਹੜੀ ਉਹ ਸਾਫ ਦੀ ਜੋੜੀ ਬੈਠਾ ਸੀ ਨਾ, ਪਹਿਲਾਂ ਹੀ ਉਹ ਦਰੀਆਂ ਆਦਿਕ ਚਟਾਈਆਂ ਵਿਛਾਈਆਂ, ਉਹ ਆਏ ਹੋਏ ਰਿਸ਼ਤੇਦਾਰਾਂ ਤੇ ਸ਼ਰੀਕੇ ਵਾਲਿਆਂ ਵਾਸਤੇ ਨੇ ਸਾਰੇ ਵਿਹੜੇ ਵਿੱਚ ਵਿਛਾ ਦਿੱਤੀਆਂ ਹਨ। ਬਿਖਤ ਕਪੂਰ ਦਿਓ ਬਿਸਮਾਇਓ। ਤੇ ਇਹ ਜਿਹੜਾ ਕਹਿੰਦਾ ਸੀ ਮਹਾਰਾਜ ਮੈਨੂੰ ਸਿੱਖ ਵਿਖਾਓ ਵੀ ਕਿੱਡਾ ਕੁ ਸਿੱਖ ਹੁੰਦਾ ਕੋਈ, ਤੇ ਉਹ ਵੇਖ ਵੇਖ ਕੇ ਹੁਣ ਹੈਰਾਨ ਹੁੰਦਾ ਪਿਆ ਵੀ ਸਿੱਖ ਤਾਂ ਸੰਸਾਰ ਤੇ ਬੜੇ ਵੇਖੇ ਐ, ਪਰ ਇਹੋ ਜਿਹਾ ਸਿੱਖ ਕੋਈ ਨਹੀਂ ਵੇਖਿਆ ਵੀ ਸਾਰੀ ਤਿਆਰੀ ਪਹਿਲਾਂ ਕਰੀ ਬੈਠਾ ਹੋਵੇ। ਤੇ ਦੂਜੀ ਗੱਲ ਤਿਆਰੀ ਕੀਤੀ ਉਹ ਤਾਂ ਸੀ ਵੀ ਇਹਨੂੰ ਪਤਾ ਸੀ ਸਾਰਾ ਕੁਝ ਆ ਹੋਣ ਵਾਲਾ, ਵੀ ਐਡਾ ਦਿਵ ਦ੍ਰਿਸ਼ਟ ਸਿੱਖ ਵੀ ਗਾਂਹ ਦਾ ਵੀ ਜਾਣਦਾ ਹੋਵੇ। ਤੇ ਜੇ ਜਾਣਦਾ ਸੀ ਤੇ ਇਹਨੇ ਇੱਕ ਵਾਰੀ ਵੀ ਅਰਦਾਸ ਨਾ ਕੀਤੀ ਵੀ ਮਹਾਰਾਜ ਆਉਣ ਵਾਲੇ ਸਮੇਂ 'ਚ ਬਿਪਤਾ ਪੈਣ ਵਾਲੀ ਹੈ ਤੇ ਮੇਰੇ 'ਤੇ ਦਇਆ ਕਰੋ। ਵੀ ਇੰਨਾ ਭਾਣੇ ਵਿੱਚ ਰਹਿਣ ਵਾਲਾ ਸਿੱਖ ਭਾਈ ਕਪੂਰ ਦੇਵ, ਇਹਦਾ ਸਬਰ, ਇਹਦੀ ਸੰਤੋਖ, ਇਹਦਾ ਤੇ ਇਹਦੀ ਸ਼ਰਧਾ, ਭਾਣਾ ਮੰਨਣ ਦੀ ਜਿਹੜੀ ਬਿਰਤੀ ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ। ਕਹਿਓ ਜੇ ਤੈਂ ਪੂਰਬ ਲਖ ਪਾਇਓ। ਭਾਈ ਸਾਮਣ ਨੂੰ ਕਹਿੰਦਾ ਹੈ ਵੀ ਭਾਈ ਸਾਮਣ ਜੇ ਤੂੰ ਜਾਣਦਾ ਹੀ ਸੀ ਸਾਰੀ ਗੱਲਬਾਤ ਵੀ ਆਉਣ ਵਾਲੇ ਸਮੇਂ ਵਿੱਚ ਤੇਰੇ ਪੁੱਤ ਨੇ ਚੜ੍ਹਾਈ ਕਰ ਜਾਣਾ ਹੈ। ਗੁਰ ਤੇ ਜਾਚ ਲੇਤ ਸੁਤ ਬੈਸ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਆਇਆ ਤੇ ਤੇਰੀ ਅਰਦਾਸ ਨਾ ਸੁਣਦੇ। ਤੈਨੂੰ ਚਾਹੀਦਾ ਸੀ ਵੀ ਆਪਣੇ ਪੁੱਤਰ ਦੀ ਲੰਮੀ ਉਮਰ ਵਾਸਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਕੁਝ ਮੰਗ ਲੈਂਦਾ, ਤੂੰ ਲੰਮੀ ਉਮਰਾਂ ਮੰਗ ਲੈਂਦਾ ਆਪਣੇ ਪੁੱਤਰ ਦੀ, ਤੂੰ ਸਭ ਕੁਝ ਜਾਣਦਾ ਸੀ। ਜੀਵਤ ਰਹਿਤ ਸੁਬਰ ਤੇ ਜੈਸ। ਤੇ ਗੁਰੂ ਅਰਜਨ ਦੇਵ ਮਹਾਰਾਜ ਐਸਾ ਵਰਦਾਨ ਦਿੰਦੇ ਵੀ ਤੇਰਾ ਪੁੱਤਰ ਹੋਰ ਲੰਮੀ ਉਮਰ ਕੱਢ ਜਾਂਦਾ। ਸੰਮਣ ਕਹਿਓ ਸਰੀਰ ਅਨਿਤ। ਤੇ ਭਾਈ ਸੰਮਣ ਸਾਧ ਸੰਗ ਜੀ ਉਹ ਹੁਣ ਇਸ ਕਿਰਿਆ ਤੋਂ ਉੱਪਰ ਉੱਠ ਚੁੱਕਾ ਹੈ, ਕਿਉਂਕਿ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ, ਵੀ ਨਾ ਕੁਝ ਆਉਂਦਾ ਨਾ ਕੁਝ ਜਾਂਦਾ, ਸਰੀਰ ਜੰਮੀ ਜਾਂਦੇ, ਸਰੀਰ ਮਰੀ ਜਾਂਦੇ ਆ। ਇਹ ਵਿਚਲਾ ਜੀਓ ਤਾਂ ਮੁਕਤ ਹੈ, ਮਰਨਹਾਰ ਇਹੋ ਜੀਅੜਾ ਨਾਹੀਂ। ਭਾਈ ਸਾਮਣ ਇਸ ਤਲ 'ਤੇ ਖੜਾ ਹੋਇਆ ਤੇ ਕਹਿੰਦਾ ਭਾਈ ਸਰੀਰ ਜਿਹੜੇ ਉਹ ਨਿੱਤ ਰਹਿਣ ਵਾਲੇ ਨਹੀਂ ਹੁੰਦੇ, ਇਹ ਤਾਂ ਜੰਮੀ ਜਾਂਦੇ ਆ, ਮਰੀ ਜਾਂਦੇ ਹਨ। ਇਨ ਬਿਨ ਸਨ ਅਚਰਜ ਨਹਿ ਮਿਤ। ਇਹ ਮੇਰੇ ਮਿੱਤਰ ਕਪੂਰ ਦੇਵ, ਕਿਸੇ ਸਰੀਰ ਦਾ ਮਰ ਜਾਣਾ
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ, ਸਾਰਾ ਸੰਸਾਰ ਹੀ ਮਰ ਰਿਹਾ ਹੈ। ਤਨ ਬਿਨ ਸੇ ਜੋ ਸ਼ੋਕ ਕਰਨ ਤੇ, ਜਿਹੜਾ ਕਿਸੇ ਦਾ ਸਰੀਰ ਨਾਸ਼ ਹੋ ਜਾਣ ਤੇ, ਕਿਸੇ ਦੇ ਚੜ੍ਹਾਈ ਕਰ ਜਾਣ ਤੇ ਜਿਹੜੇ ਲੋਕ ਸ਼ੋਕ ਕਰਦੇ ਆ, ਦੁੱਖ ਮਨਾਉਂਦੇ ਹਨ, ਤਿਨ ਸਮ ਮੂਰਖ ਅਪਰ ਨ ਜੰਤੇ। ਉਹਨਾਂ ਵਰਗਾ ਸੰਸਾਰ ਤੇ ਹੋਰ ਕੀ ਮੂਰਖ ਹੋ ਸਕਦਾ? ਵੀ ਪਤਾ ਹੀ ਹੈ ਵੀ ਜਿਹੜੀ ਚੀਜ਼ ਨੇ ਰਹਿਣਾ ਨਹੀਂ, ਕੋਈ ਅੱਜ ਹੈ, ਕੋਈ ਕੱਲ੍ਹ ਹੈ, ਕੋਈ ਪਰਸੋਂ ਹੈ। ਨਾਸ਼ਵੰਤ ਵਸਤੂ ਜੇ ਨਾਸ਼ ਹੋ ਜਾਂਦੀ ਹੈ, ਜਿਹਦਾ ਸੱਚ ਹੀ ਨਾਸ਼ ਹੋਣਾ ਹੈ, ਉਹ ਨਾਸ਼ ਹੋਣ 'ਤੇ ਜਿਹੜੇ ਲੋਕ ਝੁਰਦੇ ਹੈ, ਸ਼ੋਕ ਦੁੱਖ ਮਨਾਉਂਦੇ ਹੈ। ਭਾਈ ਸਮਣ ਜੀ ਕਹਿੰਦੇ, ਹੇ ਮੇਰੇ ਮਿੱਤਰ ਕਪੂਰ ਦੇਵ, ਸੰਸਾਰ ਵਿੱਚ ਉਹਨਾਂ ਵਰਗਾ ਕੋਈ ਮੂਰਖ ਨਹੀਂ ਹੈ। ਗੁਰ ਤੇ ਮੰਗੀਐ ਨਾਮ ਸਹਾਏ। ਇਸ ਕਰਕੇ ਗੁਰੂ ਤੋਂ ਜੇ ਮੰਗਣਾ ਹੈ ਕੁਝ ਤੇ ਮੰਗੋ ਨਾਮ, ਜਿਹੜਾ ਸਹਾਇਤਾ ਕਰਨ ਵਾਲਾ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾ ਕਹਿ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਨਾਮ ਦੀ ਦਾਤ ਮੰਗਣੀ ਚਾਹੀਦੀ ਹੈ। ਵੀ ਸਰੀਰ ਕਿੰਨੇ ਸਮੇਂ, ਭਗਤ ਫਰੀਦ ਸਾਹਿਬ ਜੀ ਵੀ ਕਹਿੰਦੇ ਆ ਨਾ, ਫਰੀਦਾ ਜੇ 100 ਵਰਿਆ ਜੀਵਣਾ ਭੀ ਤਨ ਹੋਸੀ ਖੇਹ। ਵੀ ਜੇ 100 ਸਾਲ ਵੀ ਜਿਉਣਾਂਗੇ ਤੇ ਮਰਨਾ ਤਾਂ ਫਿਰ ਵੀ ਪੈਣਾ ਨਾ। 200 ਸਾਲ ਜਿਉਣਾਂਗੇ, ਉਹ ਉਮਰ ਹੈ ਨਹੀਂ ਮਨੁੱਖ ਦੀ। ਕੋਈ 1000 ਸਾਲ ਵੀ ਜੀ ਲਵੇ, ਪਰ ਅਸਕਰ ਇੱਕ ਨਾ ਇੱਕ ਦਿਨ ਤਾਂ ਅਕਸਰ ਮਰਨਾ ਪੈਣਾ। ਤੋ ਇਹੀ ਗੱਲ ਹੈ, ਭਾਈ ਸਮਣ ਜੀ ਕਹਿੰਦੇ ਆ ਵੀ ਸਰੀਰ ਦੀ ਲੰਮੀ ਉਮਰ ਦਾ ਕੀ ਮੰਗਣਾ, ਕਿੰਨੀ ਕੁ ਲੰਮੀ ਮੰਗ ਲਵਾਂਗੇ। ਇੱਕ ਨਾ ਇੱਕ ਦਿਨ ਤਾਂ ਨਾਸ਼ ਹੋਵੇਗਾ ਹੀ, ਬੁੱਢਾ ਹੋਵੇਗਾ, ਨਾਸ਼ ਹੋਵੇਗਾ। ਜੇ ਮੰਗਣਾ ਹੈ ਉਹ ਮੰਗੋ ਜਿਹੜਾ ਸਦਾ ਸਹਾਇਤਾ ਕਰਨ ਵਾਲਾ, ਉਹ ਸਤਿਗੁਰਾਂ ਦਾ ਨਾਮਦਾਨ ਹੈ। ਜੋ ਪ੍ਰਲੋਕ ਮਹਿ ਸੰਗ ਸਿਧਾਏ। ਤੇ ਜਿਹੜੇ ਨਾਮ ਨੇ ਪ੍ਰਲੋਕ ਦੇ ਵਿੱਚ ਨਾਲ ਜਾਣਾ, ਸਹਾਇਤਾ ਕਰਨੀ ਹੈ। ਕਿਤ ਸਤ 4 ਦਿਵਸ ਕੀ ਖੇਲ। ਬਾਕੀ ਭਾਈ ਕਪੂਰ ਦੇਵ ਗੱਲ ਇਸ ਤਰ੍ਹਾਂ ਵੀ ਜਿਹੜਾ ਕੋਈ ਪਿਤਾ ਪੁੱਤਰ ਦਾ ਰਿਸ਼ਤਾ ਹੁੰਦਾ ਹੈ ਤਾਂ 4 ਕੁ ਦਿਨਾਂ ਦੀ ਖੇਡ ਹੁੰਦੀ ਆ। ਵੀ ਕੀ ਪਤਾ ਪਿਛਲੇ ਜਨਮ 'ਚ ਕਿੰਨਿਆਂ ਦੇ ਪੁੱਤ ਬਣੇ ਆ, ਕਿੰਨਿਆਂ ਦੇ ਪਿਓ ਬਣੇ ਆ। ਇਸ ਕਰਕੇ ਪਿਤਾ ਪੁੱਤਰ ਦਾ ਜਿਹੜਾ ਇਹ ਹੁੰਦੀ ਹੈ ਪ੍ਰਾਹੁਣਚਾਰੀ ਰਿਸ਼ਤੇਦਾਰੀ, ਇਹ ਤਾਂ ਕੋ ਤੋਂ 4 ਦਿਨ ਦੀਆਂ ਖੇਡਾਂ ਹੁੰਦੀਆਂ। ਇਹ ਜੇ ਪਿਤਾ ਚੜ੍ਹਾਈ ਕਰ ਜਾਂਦਾ ਹੈ ਉਦੋਂ ਪੁੱਤਰ ਪਿਤਾ ਬਿਨਾਂ ਹੋ ਜਾਂਦਾ, ਜੇ ਪੁੱਤਰ ਚੜ੍ਹਾਈ ਕਰ ਜਾਂਦਾ ਤੇ ਪਿਤਾ ਪੁੱਤਰ ਬਿਨਾਂ ਹੋ ਜਾਂਦਾ। ਵੀ ਇੱਕ ਨਾ ਇੱਕ ਦਿਨ ਤਾਂ ਵਿਛੋੜਾ ਪੈਣਾ ਅਟੱਲ ਹੈ। ਤਨ ਤਤ 5 ਵਿਰੋਧੀ ਮੇਲ। ਇਹ ਤਾਂ ਪਰਮੇਸ਼ਰ ਦੀ ਖੇਡ ਹੈ ਭਾਈ। ਉਸ ਪਰਮੇਸ਼ਰ ਨੇ ਜਿਹੜੇ ਵਿਰੋਧੀ 5 ਤੱਤ ਹੈ, ਜਿਨ੍ਹਾਂ ਦੀ ਆਪਸ ਵਿੱਚ ਬਣਦੀ ਨਹੀਂ, ਅੱਗ ਪਾਣੀ ਹਵਾ ਮਿੱਟੀ ਆਕਾਸ਼ ਦੀ, ਉਹ 5 ਤੱਤਾਂ ਨੂੰ ਪਰਮੇਸ਼ਰ ਨੇ ਆਪਣੀ ਬਲ ਦੇ ਨਾਲ, ਸ਼ਕਤੀ ਦੇ ਨਾਲ ਇੱਕ ਸਰੀਰ ਬਣਾ ਦਿੱਤਾ, ਇਕੱਠਿਆਂ ਨੂੰ ਮੇਲ ਕਰਕੇ। ਨਿਜ ਫਲ ਭੋਗੇ ਤੇ ਹੋਏ ਭਿੰਨ। ਤੇ ਇਹ 5 ਤੱਤ ਇਕੱਠੇ ਹੋ ਜਾਂਦੇ, ਸਰੀਰ ਬਣ ਜਾਂਦਾ ਹੈ ਤੇ ਜੀਵ ਨੂੰ ਫਲ ਭੁਗਾਈ ਜਾਂਦਾ ਹੈ। ਜਦੋਂ ਜੀਵ ਫਲ ਭੋਗ ਜਾਂਦਾ ਹੈ, ਫਿਰ ਇਹ 5 ਤੱਤ ਵੱਖਰੇ ਹੋ ਕੇ ਸਰੀਰ ਨਾਸ਼ ਹੋ ਜਾਂਦਾ ਹੈ। ਕੋਈ ਮਰਹਿ ਨਹੀਂ ਕੋ ਜਨ। ਅਸਲ ਵਾਸਤਵ ਵਿੱਚ ਨਾ ਤਾਂ ਕੋਈ ਜੰਮਦਾ ਹੈ ਤੇ ਨਾ ਹੀ ਕੋਈ ਮਰਦਾ ਹੈ। ਆਪਣ ਸਰੂਪ ਵਿਸਾਰ ਰਹੇ ਦੁੱਖ। ਇਹ ਤਾਂ ਦੁੱਖ ਜੰਮਣ ਮਰਨ ਦਾ ਜੀਵਾਂ ਨੂੰ ਤਾਂ ਗਲ ਪਿਆ ਹੋਇਆ, ਕਿਉਂਕਿ ਆਪਦਾ ਵਾਸਤਵ ਰੂਪ ਇਹਨਾਂ ਨੇ ਛੱਡਿਆ ਹੋਇਆ। ਵੀ ਇਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਅਸੀਂ ਤਾਂ ਰਾਮ ਦੀ, ਪਰਮੇਸ਼ਰ ਦੀ, ਕਹੋ ਕਬੀਰ ਇਹ ਰਾਮ ਕੀ ਅੰਸ਼। ਵੀ ਇਹ ਤਾਂ ਰਾਮ ਦੀ ਅੰਸ਼ ਹੈ। ਇਹ ਤਾਂ ਜੀਵ ਆਤਮਾ ਨਾ ਜੰਮਦੀ ਨਾ ਮਰਦੀ ਆ, ਸਰੀਰ ਜੰਮੀ ਮਰੀ ਜਾਂਦੇ ਆ ਤੇ ਸਰੀਰਾਂ ਨੂੰ ਲੋਕ ਰੋਈ ਜਾਂਦੇ ਆ। ਤੋ ਇਹ ਕਹਿੰਦੇ ਆ ਭਾਈ ਸਮਣ ਜੀ, ਭਾਈ ਕਪੂਰ ਦੇਵ, ਇਹ ਤਾਂ ਮੂਰਖਤਾਈ ਕਰਕੇ, ਅਗਿਆਨ ਕਰਕੇ ਸਾਰਾ ਜੰਮਣ ਮਰਨ ਦਾ ਦੁੱਖ ਜਿਹੜਾ ਉਹ ਜੀਵਾਂ ਦੇ ਗਲ ਪਿਆ ਹੈ। ਆਪਦੇ ਸਰੂਪ ਨੂੰ ਭੁੱਲੇ ਹਨ। ਗੁਰ ਕੇ ਬਾਕ ਵਿਚਾਰਨ ਤੇ ਸੁਖ। ਤੇ ਸੁਖ ਤਾਂ ਸੰਸਾਰ ਵਿੱਚ ਕਿਤੇ ਨਹੀਂ ਭਾਈ। ਸੁਖ ਜੇ ਹੈ ਉਹ ਤਾਂ ਗੁਰੂ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਨੂੰ ਵਿਚਾਰਨ ਦੇ ਵਿੱਚ, ਉਹਨੂੰ ਪੜ੍ਹਨ ਸੁਣਨ ਸਮਝਣ ਦੇ ਵਿੱਚ ਹੀ ਸੁਖ ਹੈ। ਨਹਿ ਕਿਛ ਜਨਮੈ ਨਹਿ ਕਿਛ ਮਰੈ। ਕਿਉਂਕਿ ਇਹ ਆਤਮਾ ਜੀਉ ਹੈ, ਮਰਨਹਾਰ ਇਹੋ ਜੀੜਾ ਨਹੀਂ। ਇਹ ਸਿਧਾਂਤ ਨੂੰ ਸਮਝਣ ਦੇ ਵਿੱਚ ਹੀ ਸੁਖ ਹੈ। ਫਿਰ ਪਤਾ ਲੱਗਦਾ ਹੈ ਵੀ ਸੰਸਾਰ ਵਿੱਚ ਨਾ ਤਾਂ ਕੁਝ ਜੰਮਦਾ ਨਾ ਹੀ ਕੁਝ ਮਰਦਾ। ਕਿਉਂਕਿ ਸਰੀਰ ਸਾਧ ਸੰਗਤ ਜੀ ਜੰਮਦਾ ਤੇ ਸਰੀਰ ਹੀ ਮਰਦਾ। ਤੇ ਜਿਹੜਾ ਸਰੀਰ ਹੈ, ਮਾਂ ਬਾਪ ਜਿਹੜੇ ਸਾਡੇ ਖਾਲਸਾ ਜੀ, ਸਾਡੇ ਮਾਂ ਬਾਪ ਨਹੀਂ, ਇਹ ਸਰੀਰ ਦੇ ਮਾਂ ਬਾਪ ਹੈ। ਮਾਂ ਦੇ ਤੇ ਪਿਤਾ ਦੇ ਸਰੀਰ ਦੇ ਮੇਲ ਤੋਂ ਸਾਧ ਸੰਗਤ ਜੀ ਬੱਚੇ ਦਾ ਸਰੀਰ ਬਣਿਆ। ਪਰ ਬੱਚੇ ਦੇ ਜਿਹੜੀ ਵਿੱਚ ਆਤਮਾ ਹੈ, ਜੀਓ ਹੈ, ਵਾਸਤਵ ਸਰੂਪ ਸਾਡਾ ਜਿਹੜਾ, ਉਹ ਤਾਂ ਨਹੀਂ ਨਾ ਮਾਂ ਬਾਪ ਨੇ ਪੈਦਾ ਕੀਤਾ। ਵੀ ਮਾਂ ਬਾਪ ਇੱਕ ਸਰੀਰ ਪੈਦਾ ਕਰ ਸਕਦਾ, ਉਹਦੇ ਵਿਚਲਾ ਜੀੜਾ ਜਿਹੜਾ ਨਾ ਉਹ ਮਾਂ ਬਾਪ ਨਹੀਂ ਪੈਦਾ ਕਰਦਾ।
ਇਸ ਕਰਕੇ ਮਾਂ ਬਾਪ ਜਿਹੜੇ ਇਹ ਸਰੀਰ ਦੇ ਮਾਂ ਬਾਪ ਹੋ ਸਕਦੇ ਆ, ਇਹ ਆਤਮਾ ਦਾ ਮਾਂ ਬਾਪ ਤਾਂ ਹਰ ਜੀ ਮਾਤਾ ਹਰ ਜੀ ਪਿਤਾ, ਉਹ ਪਰਮੇਸ਼ਰ ਹੈ। ਤੋ ਇਹ ਭਾਈ ਸਮਣ ਜੀ ਕਹਿੰਦੇ ਆ ਕਿ ਜੰਮਣ ਮਰਨ ਵਿੱਚ ਇੱਥੇ ਕੁਝ ਨਹੀਂ ਹੈ, ਸਭ ਕੁਝ ਜਿਹੜਾ ਵਾ ਹੈ ਉਹ ਪਰਮੇਸ਼ਰ ਹੈ। ਵੀ ਜੀਓ ਆਤਮਾ ਦਾ ਜੇ ਭੇਦ ਪਾ ਲਈਏ ਫਿਰ ਪਤਾ ਚੱਲਦਾ ਵੀ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਰਾਮ ਕੀ ਦੁਹਾਈ, ਇਸ ਤਰ੍ਹਾਂ ਕਹਿੰਦੇ ਹਨ। ਆਪਣ ਚਲਿਤ ਆਪ ਹੀ ਕਰੈ। ਇਹਦਾ ਬਸ ਉਹ ਪਰਮੇਸ਼ਰ ਨੇ ਇੱਕ ਖੇਡ ਬਣਾਈ ਹੋਈ ਸੰਸਾਰ, ਆਪ ਦੇ ਕੌਤਕ ਕਰਤੱਵ ਮਹਾਰਾਜ ਆਪ ਹੀ ਕਰੀ ਜਾਂਦਾ, ਆਪ ਹੀ ਸੰਸਾਰ ਨੂੰ ਚਲਾਉਣ ਵਾਲਾ ਤੇ ਆਪ ਹੀ ਸੰਸਾਰ ਰੂਪ ਹੋ ਕਰਕੇ ਚੱਲੀ ਜਾਂਦਾ ਹੈ। ਇਹੋ ਗੁਰਬਾਕ ਵਿਚਾਰਹੁ ਤਾਸ। ਹਾਂ, ਇਸ ਕਰਕੇ ਜਿਨ੍ਹਾਂ ਨੇ ਇਹ ਗੁਰੂ ਦੇ ਬਚਨ ਦੀ ਵਿਚਾਰ ਕਰਨਾ ਕੀਤੀ ਹੈ। ਘਾਟ ਮਟ ਤੇ ਨਾ ਵਿਕਾਰ ਆਕਾਸ਼। ਵੀ ਘਟ ਫੂਟੇ ਤੇ ਉਹੀ ਪ੍ਰਕਾਸ਼। ਵੀ ਜਿਵੇਂ ਆਕਾਸ਼ ਹੁੰਦਾ ਹੈ, ਉਹ ਘੜੇ ਵਿੱਚ ਵੀ ਉਹ ਖਾਲੀ ਜਗ੍ਹਾ ਤਾਂ ਹੁੰਦੀ ਨਾ, ਅਤੇ ਕਮਰੇ ਵਿੱਚ ਵੀ ਆ, ਜਿਵੇਂ ਦਰਬਾਰ ਦੇ ਹਾਲ ਵਿੱਚ ਵੀ ਆਕਾਸ਼ ਵਿਆਪਕ ਹੈ, ਜਿਹੜੀ ਜਿਹਦੇ ਵਿੱਚ ਹੱਥ ਪੈਰ ਹਿੱਲਦੇ ਆ। ਖਾਲੀ ਜਗ੍ਹਾ ਘੜੇ ਵਿੱਚ ਵੀ ਹੁੰਦੀ ਹੈ, ਉਹਨੂੰ ਘਟਾ ਆਕਾਸ਼ ਕਹਿੰਦੇ ਆ। ਜਿਹੜੀ ਕਿਸੇ ਮੱਟ ਵਿੱਚ ਹੁੰਦੀ ਉਹਨੂੰ ਮਟਾ ਆਕਾਸ਼ ਕਹਿੰਦੇ ਆ। ਅਤੇ ਜੇਕਰ ਘੜਾ ਤੋੜ ਦਈਏ ਤਾਂ ਕੀ ਆਕਾਸ਼ ਨਾਸ਼ ਹੋ ਜਾਂਦਾ ਹੈ? ਜੇ ਕੋਈ ਕਮਰਾ ਮੱਟ ਢਾਹ ਦਈਏ ਤਾਂ ਕੀ ਉਹਦੇ ਵਿਚਲਾ ਆਕਾਸ਼ ਜਿਹੜਾ ਮਟਾ ਉਹ ਨਾਸ਼ ਹੋ ਜਾਂਦਾ ਹੈ? ਆਕਾਸ਼ ਤਾਂ ਜਿਉਂ ਦੀ ਤਿਉਂ ਰਹਿੰਦਾ। ਇਸ ਤਰ੍ਹਾਂ ਸਰੀਰ ਜਿਹੜੇ ਤਾਂ ਘੜੇ ਦੀ ਨਿਆਈ ਆ। ਜੇ ਘੜਾ ਟੁੱਟ ਵੀ ਜਾਵੇ ਤੇ ਆਕਾਸ਼ ਰਹਿੰਦਾ, ਜੇ ਸਰੀਰ ਨਾਸ਼ ਵੀ ਹੋ ਜਾਵੇ, ਆਤਮਾ ਜਿਹੜੀ ਉਹ ਕਦੇ ਨਾਸ਼ ਨਹੀਂ ਹੁੰਦੀ ਹੈ। ਤਿਮ ਤਨ ਜਨਮੇ ਮਰਨ ਮਝਾਰੇ। ਤੇ ਇਸ ਤਰ੍ਹਾਂ ਜਿਹੜਾ ਸਰੀਰ ਜੰਮਦਾ ਮਰਦਾ ਹੈ, ਸਰੀਰ ਦੇ ਜੰਮਣ ਮਰਨ ਵਿੱਚ ਵੀ ਬਸ ਘੜੇ ਦੇ ਤੇ ਉਹ ਮੱਟ ਦੇ ਟੁੱਟਣ ਵਾਲਾ ਸਿਧਾਂਤ ਲਾਗੂ ਹੈ। ਆਤਮ ਰਹਿ ਦੁਹਣ ਤੇ ਨਿਆਰੋ। ਜਿਵੇਂ ਘਟ ਤੇ ਮੱਟ ਦੇ ਵਿੱਚੋਂ ਆਕਾਸ਼ ਨਿਆਰਾ ਰਹਿੰਦਾ ਹੈ, ਸਰੀਰਾਂ ਦੇ ਵਿੱਚੋਂ ਆਤਮਾ ਸਦਾ ਹੀ ਨਿਆਰੀ ਰਹਿੰਦੀ ਹੈ, ਚਾਹੇ ਜੰਮ ਪਵੇ ਚਾਹੇ ਮਰ ਜਾਂਦਾ ਹੈ। ਸੁਨਤ ਕਪੂਰ ਦਿਓ ਕਰ ਬੰਦਨ। ਸੁਣ ਕੇ ਭਾਈ ਕਪੂਰ ਦਿਓ ਤਾਂ ਹੁਣ ਹੱਦ ਨਾ ਰਵੇ ਹੈਰਾਨੀ ਦੀ, ਤੇ ਹੋਰ ਨਾ ਕੁਝ ਬਣਿਆ ਤੇ ਇਹਦੇ ਅੱਗੇ ਹੱਥ ਜੋੜ ਲਏ ਭਾਈ ਸਮਣ ਦਾ ਸਿਦਕ ਵੇਖ ਕਰਕੇ। ਧੰਨ ਗੁਰੂ ਸਿੱਖ ਮੋਹ ਨਿਕੰਦਨ। ਤੇ ਦੋਵੇਂ ਹੱਥ ਬੰਨ ਕੇ ਚਰਨੀ ਮੱਥਾ ਟੇਕਿਆ ਭਾਈ ਸਮਣ ਦੇ। ਆਖਿਆ, ਉਹ ਗੁਰੂ ਕਿਆ ਸਿੱਖਾ, ਤੂੰ ਤਾਂ ਭਾਈ ਧੰਨ ਹੈ, ਧਨਤਾ ਯੋਗ ਹੈ, ਜਿਹਨੇ ਮੋਹ ਦੇ ਸਾਰੇ ਫਾਹੇ ਕੱਟ ਦਿੱਤੇ ਜਿਉਂਦੇ ਜੀ। ਗੋਇੰਦ ਗੋਲਾ ਮੋਹਨ ਤੀਨ। ਉਹ ਇਸ ਤਰ੍ਹਾਂ ਹੈ ਭਾਈ ਸਮਣ ਜੀ, ਜਿਹੜੇ ਇਹੋ ਜਿਹੇ ਗੁਰਸਿੱਖ ਗੁਰਮੁਖ ਦੇ ਦਰਸ਼ਨ ਕਰਾਏ ਹੈ ਭਾਈ ਸਮਣ ਦੇ। ਕਪੂਰ ਦੇਵ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਗੇ ਭਾਈ ਗੋਇੰਦਾ ਨਾਮ ਦਾ, ਭਾਈ ਗੋਲਾ ਨਾਮ ਦਾ, ਇੱਕ ਭਾਈ ਮੋਹਨ ਜੀ ਨਾਮ ਦੇ, ਇਹ ਤਿੰਨ ਇਕੱਠੇ ਸਿੱਖ ਆਏ ਆ। ਕੁੱਕ ਜਾਤ ਕੇ ਤਿੰਨ ਕਉ ਚੀਨ। ਇਹਨਾਂ ਦੀ ਜਾਤ ਕੁੱਕ ਹੈ, ਕੁੱਕ ਜਾਤ ਦੇ ਇਹ ਤਿੰਨੇ ਹਨ। ਸ਼੍ਰੀ ਅਰਜਨ ਕੇ ਢਿਗ ਚੱਲ ਆਏ। ਪਾਤਸ਼ਾਹ ਮਹਾਰਾਜ ਦੇ ਪਾਸ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਨੂੰ ਪਹੁੰਚੇ ਆ। ਕਰ ਬੰਦਨ ਕੋ ਅਰਜ ਅਲਾਏ। ਨਮਸਕਾਰ ਕੀਤੀ, ਹਜ਼ੂਰ ਨੂੰ ਅਰਦਾਸ ਬੇਨਤੀ ਕਰਦੇ ਆ। ਜਿਸ ਬਿਦ ਹੋਏ ਉਧਾਰ ਹਮਾਰੋ। ਮਹਾਰਾਜ ਦਇਆ ਕਰੋ ਵੀ ਜਿਸ ਦੇ ਨਾਲ ਸਾਡੀ ਕਲਿਆਣ ਹੋ ਜਾਵੇ ਜੀ। ਸੋਰਾਵਰ ਉਪਦੇਸ਼ ਉਚਾਰੋ। ਇਹੋ ਜੀ ਸ਼ੁਭ ਸਿੱਖਿਆ ਮਹਾਰਾਜ ਸਾਨੂੰ ਬਖਸ਼ਿਸ਼ ਕਰੋ ਜੀ। ਸ਼੍ਰੀ ਮੁਖ ਤੇ ਫੁਰਮਾਵਣ ਕੀਨ। ਮਹਾਰਾਜ ਨੇ ਇਹਨਾਂ ਨੂੰ ਸਮੱਤ ਬਖਸ਼ਦਿਆਂ ਮੁਖੋਂ ਫਰਮਾਇਆ ਹੈ। ਰਾਮ ਨਾਮ ਨਿਤ ਜਪਹ ਪ੍ਰਬੀਨ। ਮਹਾਰਾਜ ਕਹਿੰਦੇ ਜਿਹੜਾ ਉਹ ਹੇ ਪ੍ਰਬੀਨ ਸਿਆਣੇ ਗੁਰਮੁਖੋ, ਰਮੇ ਹੋਏ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣਾ ਕਰਿਆ ਕਰੋ। ਰਾਖਾ ਮਰਨ ਯਾਦ ਨਿਸ ਦਿਨ ਮੈਂ। ਪਰਮੇਸ਼ਰ ਨੂੰ ਯਾਦ ਰੱਖਣਾ, ਨਾਲ ਹੀ ਦਿਨ ਰਾਤ ਆਪਦੀ ਮੌਤ ਦਾ ਦਿਨ ਜਿਹੜਾ ਅਖੀਰਲਾ ਹੈ ਨਾ ਸਮਾਂ, ਜਦੋਂ ਕਾਲ ਆਵੇਗਾ, ਮੌਤ ਆਵੇਗੀ, ਉਹ ਕਿਆਮਤ ਦੇ ਦਿਨ ਨੂੰ ਸਦਾ ਯਾਦ ਰੱਖਣਾ ਹੈ। ਪਾਪ ਨਾ ਹੋਏ ਲਖਾ ਗੁਣ ਮਨ ਮੈਂ। ਤੇ ਜਾਣ ਲਓ ਜਿਹੜਾ ਇਹ ਗੁਣ ਮਨ ਵਿੱਚ ਧਾਰਨ ਕਰ ਲਵੇਗਾ ਨਾ, ਜਿਹਨੂੰ ਮੌਤ ਯਾਦ ਹੈ, ਪਾਤਸ਼ਾਹ ਕਹਿੰਦੇ ਉਹ ਕਦੇ ਪਾਪ ਨਹੀਂ ਕਰਦਾ ਹੈ, ਉਹਨੂੰ ਪਤਾ ਵੀ ਲੇਖਾ ਦੇਣਾ ਪਵੇਗਾ। ਆਘ ਕਰ ਬੇਤੇ ਜਬ ਹਟ ਗਏ। ਇਸ ਤਰ੍ਹਾਂ ਮੌਤ ਯਾਦ ਰੱਖੋਗੇ ਤੇ ਪਾਪ ਨਹੀਂ ਕਰਨ ਨੂੰ, ਕਦੇ ਮਨ ਪਾਪਾਂ ਨੂੰ ਨਹੀਂ ਭੱਜੇਗਾ। ਜਦੋਂ ਪਾਪ ਕਰਨ ਤੋਂ ਜੀਵ ਹਟ ਜਾਂਦਾ ਹੈ, ਪਿਛਲੇ ਰਾਮ ਨਾਮ ਤੇ ਛੇ। ਤੇ ਫਿਰ ਕੀ ਹੁੰਦਾ, ਜਦੋਂ ਹੋ ਜਾਂਦਾ ਹੈ ਪਾਪ ਕਰਨ ਤੋਂ ਹਟ ਜਾਂਦਾ ਹੈ, ਫਿਰ ਪਿਛਲੇ ਜਿਹੜੇ ਕੀਤੇ ਹੋਏ ਹੁਣ ਪਾਪ ਜਿਹੜੇ ਕਰਨ ਤੋਂ ਇੱਕ ਵਾਰੀ ਹਟ ਗਏ, ਜਿਹੜੇ ਪਿਛਲੇ ਪਾਪ ਕੀਤੇ ਉਹ ਰਾਮ ਦੇ ਨਾਮ ਨੇ ਨਾਸ਼ ਕਰ ਦੇਣੇ ਹਨ। ਹੋਏ ਪੁਨੀਤ ਮਹਾ ਸੁਖ ਪਾਵੋ। ਵੀ ਦੋ ਹੀ ਉਪਦੇਸ਼ ਮਹਾਰਾਜ ਕਹਿੰਦੇ, ਮੌਤ ਯਾਦ ਰੱਖਣੀ, ਜਦੋਂ ਮੌਤ ਯਾਦ ਰੱਖੋਗੇ ਤੇ ਗਾਂਹ ਪਾਪ ਨਹੀਂ ਕਰੋਗੇ,
ਤੇ ਕਹਿੰਦੇ ਮਹਾਰਾਜ ਜਿਹੜੇ ਪਿੱਛੇ ਪਾਪ ਕੀਤੇ, ਮਹਾਰਾਜ ਕਹਿੰਦੇ ਉਹਦੇ ਵਾਸਤੇ ਨਾਮ ਜਪੋ ਭਾਈ, ਪਿਛਲੇ ਪਾਪ ਨਾਮ ਨਾਸ਼ ਕਰ ਦੇਵੇਗਾ, ਗਾਂਹ ਪਾਪ ਹੁੰਦੇ ਹੀ ਨਹੀਂ ਕਿਉਂਕਿ ਮੌਤ ਯਾਦ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿ ਰਹੇ ਹੈ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਹੋਏ ਪੁਨੀਤ ਮਹਾ ਸੁਖ ਪਾਵੈ। ਜਦੋਂ ਪੁਨੀਤ ਹੋ ਜਾਓਗੇ, ਪਵਿੱਤਰ 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 ਪੁਨੀਤ, ਇਹੋ ਜਿਹੇ ਮਨ ਬਾਣੀ ਸਰੀਰ ਕਰਕੇ ਜਦੋਂ ਪਵਿੱਤਰ ਹੋਵੋਗੇ ਫਿਰ ਮਹਾਨ ਸੁਖ ਦੀ ਪ੍ਰਾਪਤੀ ਹੋਵੇਗੀ। ਨਿਰਮਲ ਅੰਤఃਕਰਣ ਬਨਾਵੋ। ਤੇ ਇਸ ਤਰ੍ਹਾਂ ਨਾਮ ਜਪ ਕੇ ਮੌਤ ਨੂੰ ਯਾਦ ਰੱਖ ਕੇ ਪਾਪਾਂ ਤੋਂ ਟਾਲਾ ਕਰਕੇ ਆਪਣੇ ਅੰਤঃਕਰਨ ਮਨ ਬੁੱਧ ਚਿੱਤ ਨੂੰ ਉਜਲਾ ਬਣਾ ਲਓ, ਸਫਲਾ ਕਰ ਲਓ ਜੀ। ਬਹੁਰ ਗਿਆਨ ਕੀ ਉਤਪਤ ਹੋਏ। ਉਸ ਤੋਂ ਬਾਅਦ ਫਿਰ ਤੁਹਾਡੇ ਅੰਦਰ ਗਿਆਨ ਪੈਦਾ ਹੋਵੇਗਾ। ਪਹਿਲਾਂ ਮਨ ਸਾਫ਼ ਹੋ ਜਾਊਗਾ ਜਦੋਂ ਪਾਪ ਕਰਨੇ ਛੱਡ ਦਿਓਗੇ ਨਾਮ ਦੇ ਬਲ ਨਾਲ। ਜਦੋਂ ਮਨ ਸਾਫ਼ ਹੋਵੇਗਾ ਫਿਰ ਤੁਹਾਡੇ ਅੰਦਰ ਬ੍ਰਹਮ ਗਿਆਨ ਹੌਲੀ ਹੌਲੀ ਧੀਰੇ ਧੀਰੇ ਜੀਵ ਈਸ਼ ਦੀ ਏਕਤਾ ਵਾਲਾ ਆਤਮ ਵਿਸ਼ਾਣੀ ਬੁੱਧ ਗਿਆਨ ਪੈਦਾ ਹੋਵੇਗਾ। ਜਨਮ ਮਰਨ ਕੋ ਦੁਖ ਸਭ ਖੋਏ। ਤੇ ਗਿਆਨ ਦੇ ਨਾਲ ਹੀ ਸਾਰੇ ਜੰਮਣ ਮਰਨ ਦੇ ਦੁੱਖ ਨਾਸ਼ ਹੋ ਜਾਂਦੇ ਹਨ। ਸ਼੍ਰੀ ਮੁਖ ਤੇ ਸੁਣ ਸ਼ੁਭ ਉਪਦੇਸ਼। ਪਾਤਸ਼ਾਹ ਦੇ ਸ਼੍ਰੀ ਮੁਖ ਤੋਂ ਇਹਨਾਂ ਨੇ ਸਾਰੀ ਸਿੱਖਿਆ ਗ੍ਰਹਿਣ ਕੀਤੀ ਸੁਣੀ ਹੈ। ਲਾਗੇ ਸਿਮਰਨ ਕਰਨ ਹਮੇਸ਼। ਤੇ ਹਮੇਸ਼ਾ ਵਾਹਿਗੁਰੂ 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 ਸਿਮਰਨ ਦੇ ਵਿੱਚ ਬਿਰਤੀ ਜੋੜ ਲਈ ਹੈ। ਨਿਕਟ ਗੁਰੂ ਕੇ ਸੇਵਤ ਰਹੇ। ਤੇ ਇੱਥੇ ਅੰਮ੍ਰਿਤਸਰ ਸਾਹਿਬ ਕਈ ਕਈ ਮਹੀਨੇ ਲਾਉਂਦੇ ਆ ਤੇ ਸਤਿਗੁਰਾਂ ਦੇ ਘਰ ਦੀ ਸੇਵਾ ਕਰਦੇ ਹਨ। ਅੰਤ ਪਰਮ ਪਦ ਤੀਨਾ ਹੋ ਲਹੇ। ਤੇ ਅੰਤਲੇ ਸਮੇਂ ਫਿਰ ਇਹਨਾਂ ਨੇ ਪਰਮ ਪਦਵੀਆਂ, ਉੱਚੀਆਂ ਪਦਵੀਆਂ ਜਿਹੜੀਆਂ ਉਹਦੀ ਦਾਤ ਪ੍ਰਾਪਤ ਕੀਤੀ ਹੈ। ਪੜ੍ਹਦੇ ਕੋਈ ਨਹੀਂ। ਦੋਹਰਾ ਗੰਜ ਬਸੈ ਲਵਪੁਰੀ ਕੇ। ਉਹ ਕਵੀ ਜੀ ਅੱਗੇ ਇੱਕ ਹੋਰ ਪ੍ਰਸੰਗ ਦੱਸਦੇ ਆ। ਕਹਿੰਦੇ ਆ ਕਿ ਇੱਕ ਲਵਪੁਰ ਜਿਹੜਾ ਭਾਵ ਲਾਹੌਰ ਦਾ ਸ਼ਹਿਰ ਆ ਨਾ, ਜਿਹੜਾ ਲਾਹੌਰ ਸ਼ਹਿਰ ਦੇ ਵਿੱਚ ਇੱਕ ਇਸ ਤਰ੍ਹਾਂ ਬਾਜ਼ਾਰ ਦਾ ਨਾਮ ਹੈ ਗੰਜ। ਤੋ ਗੰਜ ਬਾਜ਼ਾਰ ਦੇ ਵਿੱਚ ਲਾਹੌਰ ਸ਼ਹਿਰ ਦੇ ਅੰਦਰ ਇੱਕ ਗੁਰਮੁਖ ਰਹਿੰਦਾ ਹੈ। ਮੋਹਨ ਆਲਮ ਚੰਦ। ਹਾਂ, ਉਹ ਆਲਮਗੰਜ ਨਾਮ ਦੇ ਬਾਜ਼ਾਰ ਵਿੱਚ ਇੱਕ ਭਾਈ ਮੋਹਨ ਚੰਦ ਨਾਮ ਦਾ ਗੁਰਮੁਖ ਰਹਿੰਦਾ ਹੈ। ਜੋਧਾ ਜੱਲਹ ਤੁਲਸਪੁਰ। ਆ ਭਾਈ ਜੱਲੋ ਜੀ ਤੋਂ ਭਾਈ ਜੋਧਾ ਜੀ, ਇਹ ਵੀ ਨਾਲ ਹੈ। ਤੁਲਸਪੁਰ ਦੇ ਰਹਿਣ ਵਾਲੇ ਚਾਰੇ ਹਨ। ਇਹ ਜਿਹੜੇ ਦੂਜੇ ਹੈ ਤੁਲਸਪੁਰ ਦੇ ਰਹਿਣ ਵਾਲੇ ਹੈ। ਤੇ ਭਾਈ ਮੋਹਨ ਚੰਦ ਜਿਹੜਾ ਹੈ ਆਲਮਗੰਜ ਦੇ ਬਾਜ਼ਾਰ ਲਾਹੌਰ ਵਿੱਚ ਜਿਹੜਾ ਇੱਥੋਂ ਦਾ ਰਹਿਣ ਵਾਲਾ ਹੈ। ਚਾਰਾਂ ਵੱਡੇ ਮਸੰਦ। ਤੇ ਚਾਰੇ ਹੀ ਬਹੁਤ ਵੱਡੇ ਮਸੰਦ ਹੈ। ਭਾਵ ਵੀ ਉਥੋਂ ਆਪਦੇ ਇਲਾਕੇ ਦੀ ਸਾਰੀ ਦਸਵੰਧ ਦੀ ਸੰਗਤ ਤੋਂ ਗ੍ਰਾਹੀ ਕਰਕੇ ਨਾ ਤੇ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ ਲੈ ਕੇ ਜਾਂਦੇ, ਪਹੁੰਚਾਉਂਦੇ ਹੁੰਦੇ ਸੀ। ਉਸ ਸਮੇਂ ਜਿਹੜੇ ਜਿਹੜੇ ਆਪਦੇ ਜਿਵੇਂ ਭਾਈ ਭਗਤੂ ਜੀ ਇੱਧਰ ਮਾਲ ਵਿੱਚ ਹੋਏ, ਇਹ ਸੰਗਤਾਂ ਤੋਂ ਤਾਂ ਜਾਇਆ ਨਹੀਂ ਜਾਂਦਾ ਰੁਝੇਵਿਆਂ ਕਰਕੇ। ਤੇ ਦਸਵੰਧ ਦੀ ਮਾਇਆ ਸਾਰੀ ਜਿੰਨੀ ਸੰਗਤਾਂ ਦਿੰਦੀਆਂ ਉਹ ਇਕੱਠੀ ਕਰਕੇ ਤੇ ਸਾਰੀ ਮਾਇਆ ਉੱਥੇ ਅੰਮ੍ਰਿਤਸਰ ਸਾਹਿਬ ਮਹਾਰਾਜ ਦੇ ਪਾਸ ਜਮ੍ਹਾਂ ਕਰਾਉਂਦੇ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚੋਂ ਕੁਝ ਮਾਇਆ ਦੇ ਦਿੰਦੇ ਸੀ ਵੀ ਚਲੋ ਆਪਦੇ ਪਰਿਵਾਰ ਦਾ ਗੁਜ਼ਾਰਾ ਵੀ ਕਰੀ ਜਾਓ। ਇਸ ਤਰ੍ਹਾਂ ਇਹ ਬੜੇ ਵੱਡੇ ਭਾਰੀ ਮਸੰਦ ਸਨ ਜਿਹੜੇ ਚਾਰੇ ਹੀ। ਚੌਪਈ ਸ਼੍ਰੀ ਅਰਜਨ ਕੀ ਸੇਵਾ ਕਰਹੀ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਕਰਦੇ ਹਨ। ਅੰਨਹ ਧਨ ਸਿੱਖਣ ਮਹਿ ਫਿਰਹੀ। ਸਿੱਖਾਂ ਦੇ ਘਰਾਂ ਪਿੰਡਾਂ ਵਿੱਚ ਫਿਰਦੇ ਆ, ਉਗਰਾਹੀ ਕਰਦੇ ਆ, ਸਾਰੀ ਮਾਇਆ ਲਿਆ ਕਰਕੇ ਮਹਾਰਾਜ ਪਾਸ ਦੇ ਦਿੰਦੇ ਆ। ਗੁਰ ਬਿਰਾਟ ਕਾ ਖਾਹੇ ਨਾ ਆਪ। ਤੇ ਗੁਰੂ ਘਰ ਦੀ ਜਿਹੜੀ ਮਾਇਆ ਨਾ ਸੰਗਤ ਦਸਵੰਧ ਦਿੰਦੀ ਹੈ, ਉਹਦੇ ਵਿੱਚੋਂ ਭਾਈ ਮੋਹਨ ਚੰਦ ਵਰਗੇ ਇੱਕ ਕੌਡੀ ਮਾਇਆ ਵੀ ਜਿਹੜੀ ਘਰੇ ਨਹੀਂ ਵਰਤਦੇ। ਇੱਕ ਕੌਡੀ ਮਾਇਆ ਵੀ ਮਹਾਰਾਜ ਦੇ ਘਰ ਦੀ ਨੂੰ ਜ਼ਹਿਰ ਸਮਝਦੇ ਆ, ਖਾਂਦੇ ਨਹੀਂ ਹਨ। ਜਾਣ ਇਹੋ ਵਿਸ਼ਾਲ ਹੈ ਪਾਪ। ਉਹ ਜਾਣਦੇ ਆ ਵੀ ਭਾਈ ਇਹ ਬਹੁਤ ਵੱਡਾ ਪਾਪ ਹੈ, ਵੀ ਇਹ ਗੁਰੂ ਘਰ ਦੀ ਮਾਇਆ ਖਾਵਾਂਗੇ ਸੰਗਤ ਦੀ ਦਸਵੰਧ ਦੀ, ਤੇ ਉਹ ਜਿਹੜਾ ਵਾ ਕਲਿਆਣ ਨਹੀਂ ਹੋਵੇਗਾ ਕਿਸੇ ਤਰ੍ਹਾਂ ਵੀ। ਤੇ ਇਹ ਸਾਧ ਸੰਗਤ ਜੀ ਵੇਖੋ ਹੁਣ ਵੀ ਕਿੱਡੀ ਬਿਰਤੀ ਇਹਨਾਂ ਸਿੱਖਾਂ ਦੀ। ਇਹਨਾਂ ਨੇ ਜਾਣਿਆ ਵੀ ਗੁਰੂ ਘਰ ਦੇ ਦਸਵੰਧ ਦੀ ਮਾਇਆ ਜਾਂ ਗੁਰੂ ਘਰ ਦੀ ਮਾਇਆ ਕਹੋ ਸੰਗਤ ਦੀ ਮਾਇਆ, ਇਹ ਖਾਲਸਾ ਜੀ ਇੱਕ ਕੌਡੀ ਵੀ ਖਾਧੀ ਜਿਹੜੀ ਉਹ ਜ਼ਹਿਰ ਵਰਗੀ ਹੈ। ਗੁਰੂ ਘਰ ਦੇ ਵਿੱਚੋਂ ਤਾਂ ਸਾਧ ਸੰਗਤ ਜੀ ਮਿੱਟੀ ਦੀ ਮੁੱਠ ਵੀ ਕੋਈ ਘਰੇ ਲੈ ਜਾਵੇ ਨਾ ਮਨ 'ਚ ਪਾਪ ਰੱਖ ਕੇ, ਤੇ ਉਹ ਵੀ ਜ਼ਹਿਰ ਵਾਂਗੂ ਲੜਦੀ ਹੈ। ਤੇ ਮਾਇਆ ਖਾਣੀ ਜਿਹੜੀ ਹੈ ਉਹਦਾ ਤਾਂ ਫਿਰ ਕਹਿਣਾ ਕੀ। ਇਹ ਇਹੋ ਜਿਹੇ ਗੁਰੂ ਗਰੀਬ ਨਵਾਜ ਮਹਾਰਾਜ ਦੇ ਘਰ ਦੇ ਸਿੱਖ ਹੈ ਵੀ
ਇੱਕ ਕੌਡੀ ਵੀ ਸਤਿਗੁਰਾਂ ਦੇ ਘਰ ਦੀ ਮਾਇਆ ਆਪਦੇ ਨਿਜ ਵਾਸਤੇ ਵਰਤਦੇ ਨਹੀਂ। ਤੋ ਇਹ ਬੜੇ ਬੜੇ ਸੰਸਾਰ 'ਤੇ ਇਹੋ ਜਿਹੇ ਲੋਕ ਹੋਏ ਆ ਹੁਣ ਤੀਕਰ ਵੀ, ਜਿਨ੍ਹਾਂ ਜਿਨ੍ਹਾਂ ਸਾਧ ਸੰਗਤ ਜੀ ਗੁਰੂ ਘਰ ਦੀ ਮਾਇਆ ਖਾਧੀ, ਉਹਨਾਂ ਦੇ ਸਾਧ ਸੰਗਤ ਜੀ ਇਸ ਸਮੇਂ ਘਰਾਂ ਦੇ ਵਿੱਚ ਕੋਈ ਉਹ ਮਾਇਆ ਜਾਂ ਉਹਨਾਂ ਮਨੁੱਖਾਂ ਦਾ ਨਾਮ ਲੈਣ ਵਾਲਾ ਨਹੀਂ ਰਿਹਾ। ਅਤੇ ਉਹਦਾ ਕਾਰਨ ਇਹ ਹੈ ਵੀ ਜਿਵੇਂ ਸੰਗਤ ਦਸਵੰਧ ਕੱਢਦੀ ਹੈ, ਸਾਰਾ ਉਹ ਦਸਵੰਧ ਕੱਢ ਕੇ ਸੰਗਤ ਜਿਹੜੀ ਹੈ ਨਾ ਉਹ ਦਿੰਦੀ ਹੈ ਗੁਰੂ ਘਰ, ਅਤੇ ਫਿਰ ਆਪਦੀ ਦੂਜੀ ਜਿਹੜੀ ਆ ਕਮਾਈ 9ਵਾਂ ਹਿੱਸਾ ਉਹਨੂੰ ਸਫਲਾ ਸਮਝਦੀ ਆ, 10ਵਾਂ ਹਿੱਸਾ ਮਹਾਰਾਜ ਦੇ ਘਰ ਦਿੰਦੇ। ਅਤੇ ਸੰਸਾਰ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਕਿਸੇ ਦਾ ਸੁਭਾਅ ਹੈ ਕਿ ਕਿਸੇ ਬੰਦੇ ਦਾ ਧਨ ਖਾ ਲਈਏ, ਕਿਸੇ ਆਮ ਨਾਲ ਠੱਗੀ ਵਾਜੇ, ਕਿਸੇ ਦਾ ਹੱਕ ਰੁਪਈਆ ਵੀ ਖੋਹ ਲਈਏ ਅਤੇ ਉਹਦਾ ਵੀ ਬੜਾ ਵੱਡਾ ਪਾਪ ਹੈ। ਆਮ ਸਧਾਰਨ ਲੋਕਾਂ ਤੋਂ ਮਾਇਆ ਖਾਣ ਦਾ ਪਾਪ ਹੈ, ਉਹਦੇ ਨਾਲ ਠੱਗੀ ਕਰਨ ਦਾ, ਧੋਖੇ ਦਾ, ਕਿਸੇ ਦਾ ਹੱਕ ਖਾਣ ਦਾ ਪਾਪ ਹੈ, ਅਤੇ ਦਸਵੰਧ ਖਾਣ ਦਾ ਕਿੱਡਾ ਪਾਪ ਹੋਵੇਗਾ। ਵੀ ਉਹ ਤਾਂ ਸਾਰੀ ਮਾਇਆ ਕਿਸੇ ਪਰਿਵਾਰ ਦੇ ਸਾਰੇ ਘਰ ਦਾ ਨਿਚੋੜ ਕੱਢ ਕੇ ਉਹ ਸਾਰੀ 10 ਨੋਹਾਂ ਦੀ ਕਿਰਤ ਕਰਕੇ ਸਾਰੀ ਮਾਇਆ ਨੂੰ ਸਫਲ ਕਰਨ ਵਾਸਤੇ ਉਹਦੇ ਮਾਇਆ 'ਚੋਂ 10ਵਾਂ ਹਿੱਸਾ ਕੱਢਦੇ ਆ। ਉਹ 10ਵਾਂ ਹਿੱਸਾ ਗੁਰੂ ਘਰ ਆਉਂਦਾ। ਮਾਇਆ ਆਮ ਖਾਣ ਦਾ ਕਿੱਡਾ ਵੱਡਾ ਪਾਪ ਹੈ, ਅਤੇ ਦਸਵੰਧ ਖਾਣ ਦਾ ਖਾਲਸਾ ਜੀ ਕਿੱਡਾ 10 ਗੁਣਾ ਵੱਡਾ ਪਾਪ ਹੈ। ਸੰਗਤ ਦੀ ਮਾਇਆ 1 ਰੁਪਈਆ ਖਾਧਾ ਅਤੇ ਕਿਸੇ ਬਾਹਰ ਦਾ 10 ਰੁਪਏ ਖਾਧੇ ਦੇ ਬਰਾਬਰ ਹੈ। ਤਾਂ ਇਸ ਤਰ੍ਹਾਂ ਇਹੋ ਜਿਹੇ ਗੁਰਮੁਖ ਪਿਆਰੇ ਹੈ ਭਾਈ ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਦਾ ਭੈ ਮੰਨਦੇ। ਜਿੰਨੀ ਮਾਇਆ ਇਕੱਠੀ ਹੁੰਦੀ ਉਗਰਾਹੀ ਸਾਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਦੇ ਪਾਸ ਦੇ ਕੇ ਆਉਂਦੇ ਹੈ। ਉਸ ਮਾਇਆ ਨੂੰ ਖਾਣ ਦੇ ਵਿੱਚ ਇਹ ਸਮਝਦੇ ਆ ਵੀ ਗੁਰੂ ਕੀ ਮਾਇਆ ਜ਼ਹਿਰ ਵਾਂਗੂ ਲੜੇਗੀ, ਜੇ ਖਾਵਾਂਗੇ ਤਾਂ ਮਿਲਾ ਹੈ ਆਹਾਰ ਬਿਖੈ ਜਿਮ ਮਾਖੀ। ਤੋ ਇਸ ਤਰ੍ਹਾਂ ਜਿਹੜਾ ਹੈ ਇਹ ਵਿਸ਼ਾਲ ਹੈ ਪਾਪ। ਜਾਣਦੇ ਆ ਵੀ ਇਹ ਬਹੁਤ ਵੱਡਾ ਪਾਪ ਹੈ ਭਾਈ ਜੇ ਖਾਵਾਂਗੇ। ਮਿਲਾ ਹੈ ਆਹਾਰ ਬਿਖੈ ਜਿਮ ਮਾਖੀ। ਕਹਿੰਦੇ ਫਿਰ ਗੁਰੂ ਕੀ ਮਾਇਆ ਖਾਣੀ ਕਿਹੋ ਜਿਹੀ ਹੈ? ਜਿਵੇਂ ਬਹੁਤ ਸੋਹਣੇ ਬਣੇ ਹੋਏ ਪ੍ਰਸ਼ਾਦੇ ਦੇ ਵਿੱਚ ਮੱਖੀ ਪੈ ਕੇ ਤੇ ਤੁਹਾਡੇ ਅੰਦਰ ਲੰਘ ਜਾਂਦੀ ਹੋਵੇ। ਬਮਨ ਕਰਾਵਹਿ ਰਹਿ ਨ ਰਾਖੀ। ਤੇ ਜਿਹੜਾ ਸਵਾਦ ਭੋਜਨ ਪਹਿਲਾਂ ਦਾ ਵੀ ਖਾਧਾ, ਜਦੋਂ ਮੱਖੀ ਇੱਕ ਬੁਰਕੀ ਨਾਲ ਵੀ ਅੰਦਰ ਚਲੀ ਜਾਵੇ ਤੇ ਤੁਹਾਨੂੰ ਉਲਟੀ ਕਰਾ ਦਿੰਦੀ, ਤੇ ਤੁਹਾਡਾ ਪਹਿਲਾਂ ਖਾਧਾ ਹੋਇਆ ਭੋਜਨ ਵੀ ਬਾਹਰ ਨਿਕਲ ਜਾਂਦਾ ਹੈ। ਤਿਉ ਗੁਰ ਕੇ ਤਨ ਕਰੇ ਦੁਰਾਵਨ। ਇਸ ਤਰ੍ਹਾਂ ਜਿਹੜਾ ਗੁਰੂ ਕਾ ਮਾਇਆ ਲਕਾਉਂਦਾ ਹੈ, ਗੁਰੂ ਘਰ ਦੀ ਮਾਇਆ ਨੂੰ ਦੁਰਵਰਤੋਂ ਕਰਦਾ ਹੈ, ਗੁਰੂ ਕੀ ਮਾਇਆ ਨੂੰ ਚੋਰੀ ਕਰਦਾ ਹੈ, ਗੁਰੂ ਕਾ ਧਨ ਜਿਹੜਾ ਗੁਰੂ ਕੀ ਕੋਈ ਵਸਤੂ ਗੁਰੂ ਘਰ ਦੀ ਮਾਇਆ ਉਹਨੂੰ ਲਕਾ ਲੈਂਦਾ ਹੈ, ਛਪਾਉਂਦਾ ਹੈ, ਚੋਰੀ ਕਰਦਾ ਹੈ। ਸਰਬ ਪਦਾਰਥ ਕਰੈ ਨਸਾਵਨ। ਉਹ ਗੁਰੂ ਕੀ ਮਾਇਆ ਵੀ ਨਹੀਂ ਕੋਲ ਰਹਿੰਦੀ ਤੇ ਜਿਹੜੇ ਪਦਾਰਥ ਘਰ ਵਿੱਚ ਉਹ ਵੀ ਨਾਲੇ ਹੀ ਲੈ ਜਾਂਦੀ ਹੈ। ਜਿਵੇਂ ਮੱਖੀ ਪੈ ਜਾਵੇ ਨਾ ਕਿਸੇ ਪ੍ਰਸ਼ਾਦੇ ਦੇ ਵਿੱਚ, ਸਬਜ਼ੀ ਵਿੱਚ, ਤੇ ਪਹਿਲਾਂ ਤੁਸੀਂ ਮਨ ਅੱਧਾ ਪ੍ਰਸ਼ਾਦਾ ਛਕੀ ਬੈਠੇ ਹੋ, ਪੇਟ ਵਿੱਚ ਜਿੰਨਾ ਪ੍ਰਸ਼ਾਦਾ ਗਿਆ, ਜਦੋਂ ਇੱਕ ਬੁਰਕੀ ਮੱਖੀ ਪੈ ਕੇ ਅੰਦਰ ਜਾਵੇਗੀ, ਉਹ ਬੁਰਕੀ ਤਾਂ ਇੱਕ 'ਚ ਹੀ ਮੱਖੀ ਹੈ ਨਾ, ਪਰ ਜਿਹੜਾ ਪਹਿਲਾਂ ਵਾਲਾ ਖਾਧਾ ਉਹ ਵੀ ਬਾਹਰ ਕੱਢ ਦਿੰਦੀ ਹੈ। ਇਸ ਤਰ੍ਹਾਂ ਗੁਰੂ ਕੀ ਮਾਇਆ ਹੈ, ਇਹਦਾ ਜਿਹੜਾ ਕੁਝ ਖਾਵਾਂਗੇ ਉਹ ਪਹਿਲਾਂ ਜਿਹੜਾ ਸਾਡੇ ਘਰ ਵਿੱਚ ਆਪਦਾ ਵੀ ਨਾ 10 ਨੋਹਾਂ ਦੀ ਕਿਰਤ ਉਸੇ ਨੂੰ ਵੀ ਨਾਲ ਹੀ ਲੈ ਜਾਂਦੀ ਹੈ। ਤੋ ਸੱਚੇ ਪਾਤਸ਼ਾਹ ਦੇ ਸਿੱਖ ਇਹ ਵਿਚਾਰ ਮਨ ਵਿੱਚ ਰੱਖਦੇ ਹਨ, ਆਸ ਸਰੀਰ ਕੋ ਦੇ ਕਰ ਛੀਨ। ਵੀ ਇਹੋ ਜੀ ਮਾਇਆ ਗੁਰੂ ਘਰ ਦੀ ਖਾਧੀ ਸਰੀਰ ਗਾਲ ਕੇ ਰੱਖ ਦਿੰਦੀ ਹੈ। ਜਾਂ ਤੇ ਨਹੀਂ ਛਪਾਏ ਪ੍ਰਵੀਨ। ਜਿਸ ਕਰਕੇ ਸਿਆਣੇ ਉਹ ਹੈ ਜਿਹੜੇ ਗੁਰੂ ਘਰ ਦੀ ਮਾਇਆ ਨਾ ਚੋਰੀ ਕਰਦੇ ਆ ਨਾ ਛਪਾਉਂਦੇ ਹਨ। ਇਸ ਕਰਕੇ ਸਾਧ ਸੰਗਤ ਜੀ ਕਈ ਵਾਰੀ ਵੇਖੀਦਾ ਨਾ ਵੀ ਜਦੋਂ ਕੋਈ ਮਾਇਆ ਮੋਇਆ ਜਿਹੜੀ ਗੁਰੂ ਘਰ ਦੀ ਕੋਈ ਚਾਹੇ ਜੇ ਵੱਧ ਆ ਜਾਵੇ ਕਿਸੇ ਪਾਸ, ਕਿਸੇ ਗੁਰਮੁਖ ਦੇ ਪਾਸ, ਉਹ ਤੋੜ ਦੇਣੀ ਚਾਹੀਦੀ ਮਾਇਆ ਵੀ ਜਿੰਨੀ, ਕਿਉਂਕਿ ਜਿਹੜਾ ਪੂਜਾ ਦਾ ਧਾਨ ਹੁੰਦਾ ਹੈ, ਅੱਜ ਨੂੰ ਪੂਜਾ ਮੱਥਾ ਟਿਕਾਈ ਹੈ, ਹੋਰ ਜਿਹੜੀ ਕੋਈ ਮਾਇਆ ਸਿੱਖ ਸੰਗਤਾਂ ਦਿੰਦੀਆਂ, ਅਤੇ ਇਸ ਕਰਕੇ ਆ ਨਾ ਵੀ ਚਲੋ ਪੰਥ ਦੀ ਸੇਵਾ ਕਰੇ ਕੋਈ, ਅਤੇ ਉਹ ਮਾਇਆ ਨੂੰ ਕਈ ਸਮਝਦੇ ਵੀ ਖਰੇ ਸਾਡਾ ਹੱਕ ਹੈ, ਚਾਹੇ ਕੋਈ ਗ੍ਰੰਥੀ ਹੈ, ਚਾਹੇ ਕੋਈ ਕਥਾਵਾਚਕ ਪ੍ਰਚਾਰਕ ਹੈ, ਢਾਡੀ ਰਾਗੀ ਹੈ, ਚਾਹੇ ਕੋਈ ਗੁਰੂ ਕੀ ਸੇਵਾ ਕਰਨ ਵਾਲਾ ਸਿੱਖ ਹੈ, ਅਤੇ ਉਹ ਸਮਝਦੇ ਆ ਵੀ ਖਰੇ ਸਾਡਾ ਹੱਕ ਹੈ, ਵੀ ਸਾਡੇ ਹੱਕ ਨੂੰ ਉਹ ਸੰਗਤ ਸਾਨੂੰ ਨਹੀਂ ਦਿੰਦੀ, ਉਹ ਪੰਥ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਗੁਰਬਾਣੀ ਦੇ ਪ੍ਰਚਾਰ ਵਾਸਤੇ ਸੰਗਤ ਦਿੰਦੀ ਹੈ। ਅਤੇ ਉਹ ਮਾਇਆ ਜਿਹੜੀ ਅਰਦਾਸ ਕਰਵਾਉਂਦੀ ਸੰਗਤ ਉਹ ਪੰਥ ਦੇ ਗੁਰਬਾਣੀ ਦੇ ਪ੍ਰਚਾਰ ਵਾਸਤੇ ਹੈ।
ਉਹ ਮਾਇਆ ਨੂੰ ਜੇ ਅਸੀਂ ਆਪਦੇ ਐਸ਼ੋ ਪ੍ਰਸਤ ਵਾਸਤੇ ਵਰਤਾਂਗੇ ਤੇ ਉਹਦਾ ਕਾਰਨ ਹੈ ਇੱਥੇ ਆ ਹੀ ਗਿਆ ਵੀ ਕਹਿੰਦੇ ਸਰੀਰ ਗਾਲ ਦਿੰਦੀ ਹੈ ਭਾਈ। ਮੱਤ ਮਾਰੀ ਆ ਵੇਖੀ ਦਾ ਕਈ ਮਗਰਲੀ ਉਮਰੇ ਫਿਰ ਹੋਰ ਹੀ ਝਲੱਤਾਂ ਮਾਰੀ ਜਾਂਦੇ। ਇਹ ਤਾਂ ਸਾਧ ਸੰਗਤ ਜੀ ਕਿਤੇ ਭੁਲੇਖੇ ਵਿੱਚ ਵੀ ਖਾਧੀ ਜਾਵੇ ਤੇ ਉਹ ਵੀ ਮਾੜੀ ਹੈ, ਜਾਣ ਕੇ ਤਾਂ ਬਹੁਤ ਦੂਰ ਦੀ ਗੱਲ ਹੈ। ਫਿਰ ਜੇ ਮਾਇਆ ਸੰਗਤ ਦਿੱਤੀ, ਮਾਇਆ ਵੱਧ ਗਈ ਭਾਈ, ਗੁਰੂ ਘਰ ਦਾ ਕੋਈ ਸਾਜ਼ ਬਣਾ ਦਿਓ, ਕੋਈ ਵਸਤੂ ਬਣਾ ਦਿਓ। ਇਹਦਾ ਗੁਰੂ ਕਲਗੀਧਰ ਪਾਤਸ਼ਾਹ ਨੇ ਰੀਤ ਤੋਰੀ ਹੈ ਵੀ ਜਿਹੜੀ ਗੁਰੂ ਘਰ ਦੀ ਮਾਇਆ ਹੈ, ਜਿਹੜਾ ਗੁਰੂ ਘਰ ਕੋਈ ਸੇਵਾਦਾਰ ਆ, ਪਹਿਰਾ ਕਰਨ ਵਾਲੇ ਹੈ, ਉਹ ਬਸ ਓਨੀ ਕੁ ਉਹਦੇ ਵਿੱਚੋਂ ਮਾਇਆ ਵਰਤਨ ਜਿਹਦੇ ਨਾਲ ਤੁਹਾਡਾ ਨਿਰਬਾਹ ਰੋਟੀ ਪਾਣੀ ਅਤੇ ਲੀੜਾ ਕੱਪੜਾ ਚੱਲੀ ਜਾਵੇ। ਉਸ ਤੋਂ ਅੱਗੇ ਜੇ ਵਧਾਂਗੇ ਤੇ ਇਹ ਮਾਇਆ ਸਾਧ ਸੰਗਤ ਜੀ ਫਿਰ ਹੱਡ ਗਾਲੇਗੀ। ਕਈ ਵਾਰੀ ਵੇਖੀਦਾ ਕੋਈ ਗੁਰੂ ਘਰ ਦੇ ਜਿਹੜੇ ਵਾ ਉਹਨਾਂ ਦੇ ਅੱਗੇ, ਕਿਉਂਕਿ ਮੇਰਾ ਅਜੇ ਗਾਂਹ ਕੀ ਪਤਾ ਕਿਹਦੇ ਨਾਲ ਕੀ ਹੋਣਾ, ਕਿਉਂਕਿ ਮੈਂ ਫਿਰ ਬੇਨਤੀ ਕਰਾਂ ਵੀ ਇਹ ਤਾਂ ਭੁਲੇਖੇ ਵਿੱਚ ਵੀ ਖਾਧੀ ਗਈ ਮਾੜੀ ਹੈ। ਜੇ ਵੱਧ ਜਾਵੇ ਉਹਨੂੰ ਦਾਨ ਪੁੰਨ ਕਰ ਦਿਓ ਭਾਈ ਕਿਸੇ, ਅਤੇ ਜੇ ਗੁਰੂ ਘਰ ਕੋਈ ਵਸਤੂ ਦੀ ਲੋੜ ਹੈ ਉਹ ਕਰ ਦਿਓ। ਇਸ ਤਰ੍ਹਾਂ ਨਿਰਬਾਹ ਮਾਤਰ ਇੱਥੇ ਦੱਸਦੇ ਆ ਵੀ ਪਟਨਾ ਸਾਹਿਬ ਦੇ ਸੀਗੇ ਹੈੱਡ ਗ੍ਰੰਥੀ, ਕਾਫੀ ਪੁਰਾਣੀ ਗੱਲ ਹੈ, ਅਤੇ ਉਹ ਅੰਤਲੇ ਸਮੇਂ ਬਹੁਤ ਬੁਰਾ ਹਾਲ ਉਹਨਾਂ ਦਾ, ਸਰੀਰ ਗਲਣਾ ਸ਼ੁਰੂ ਹੋ ਗਿਆ ਵਡੇਪੇ ਵਿੱਚ, ਅਤੇ ਕਥਾ ਵਿਦਵਾਨ ਬਹੁਤ ਸੀ। ਸੰਗਤ ਮਿਲਣ ਜਾਇਆ ਕਰੇ ਅਤੇ ਸੰਗਤ ਆਖਿਆ ਕਰੇ ਵੀ ਅਸੀਂ ਤਾਂ ਤੁਸੀਂ ਬੜੀਆਂ ਸੰਗਤਾਂ ਨੂੰ ਪ੍ਰੇਰਿਆ ਵੀ ਨਾਮ ਜਪਿਆ ਕਰੋ ਜੀ, ਨਾਮ ਜਪਿਆ ਕਰੋ, ਅਤੇ ਤੁਹਾਡੇ ਆਖੇ ਸੰਗਤ ਨਾਮ ਜਪਦੀ ਹੈ, ਚਲੋ ਬੜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਜੁੜੀ ਹੈ, ਵੀ ਜੇ ਤੁਹਾਡਾ ਹਾਲ ਹੈ ਅਤੇ ਦੂਜਿਆਂ ਦਾ ਕੀ ਬਣੇ, ਵੀ ਤੁਸੀਂ ਤਾਂ ਸਾਰੀ ਉਮਰ ਬਾਣੀ ਪੜ੍ਹਦਿਆਂ ਲੰਘਾਈ ਹੈ। ਉਹ ਫਿਰ ਉਹ ਖੁਦ ਮੰਨੇ, ਕਹਿੰਦੇ ਨਹੀਂ, ਆਂਦੇ ਮਾਇਆ ਸਾਥੋਂ ਭੁਲੇਖੇ ਨਾਲ ਕਿਤੇ ਖਾਧੀ ਗਈ ਹੋਊਗੀ। ਨਹੀਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਹਿ ਅਵਰ ਜਾਣਾ। ਆ ਭਾਈ ਭਗਤੂ ਜੀ ਦਾ ਇਤਿਹਾਸ ਅੱਗੇ ਆਵੇਗਾ। ਸਾਰੀ ਉਮਰ ਸਾਧ ਸੰਗਤ ਗੁਰੂ, ਇੱਕ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਵਰਦਾਨ ਨਾਲ ਇਹਨਾਂ ਦਾ ਜਨਮ ਹੋਇਆ ਸੀ ਭਾਈ ਭਗਤੂ ਜੀ ਦਾ, ਅਤੇ ਅੰਤਲਾ ਸਮਾਂ ਸਾਰੀ ਉਮਰ ਸੇਵਾ ਬੜੀ ਕੀਤੀ, ਅੰਤਲਾ ਸਮਾਂ ਬਹੁਤ ਔਖੇ ਹੋਏ। ਉਹ ਜਿਹੜਾ ਵਾ ਮਲ ਮੂਤ ਦੀ ਕਿਰਿਆ ਉੱਤੇ ਹੀ ਹੋਈ ਜਾਇਆ ਕਰੇ, ਬਹੁਤ ਬੁਰਾ ਹਾਲ, ਸਰੀਰ ਵਿੱਚ ਕੁਝ ਖੜਿਆ ਨਾ ਕਰੇ, ਕੱਪੜੇ ਬਦਬੂ ਮਾਰਿਆ ਕਰਨ, ਸੰਗਤ ਜਾਇਆ ਕਰੇ। ਜਦੋਂ ਮਹਾਂਪੁਰਖ ਬ੍ਰਹਮ ਗਿਆਨੀ ਸਾਧੂ ਸੀ ਅਤੇ ਭਾਈ ਭਗਤੂ ਜੀ ਦੇ ਦਰਸ਼ਨ ਕਰਨ ਅਤੇ ਸੰਗਤਾਂ ਆਖਿਆ ਕਰਨ ਵੀ ਇਹ ਕੀ ਗੱਲ ਹੈ, ਵੀ ਇਹਨਾਂ ਦਾ ਸਾਰੀ ਉਮਰ ਜਿਹੜਾ ਉਹ ਮਹਾਰਾਜ ਦੇ ਘਰ ਦੀ ਸੇਵਾ ਕੀਤੀ, ਕਈ ਸਾਲ ਸਾਰੀ ਉਮਰ ਹੀ ਇੱਧਰ ਲਾ ਦਿੱਤੀ ਜਿਉਂ ਜੰਮੇ ਆ। ਭਾਈ ਭਗਤੂ ਜੀ ਨੂੰ ਫਿਰ ਕਿਸੇ ਨੇ ਪੁੱਛਿਆ ਵੀ ਕੀ ਗੱਲ ਹੈ, ਵੀ ਤੁਸੀਂ ਇੰਨੀ ਸੇਵਾ ਕੀਤੀ ਅਤੇ ਫਿਰ ਵੀ ਆਹ ਹਾਲ ਹੈ। ਉਹ ਬ੍ਰਹਮ ਗਿਆਨੀ ਸਾਧੂ ਸੀ, ਉਹਨਾਂ ਨੂੰ ਤਾਂ ਕੋਈ ਐਡੀ ਪ੍ਰਵਾਹ ਨਹੀਂ ਸੀ, ਪਰ ਸੰਗਤਾਂ ਡਰਦੀਆਂ ਸੀ ਮਨ ਕਰਕੇ ਵੀ ਇਹ ਕਿਵੇਂ ਹੋ ਸਕਦਾ। ਉਹਨਾਂ ਨੇ ਦੱਸਿਆ ਵੀ ਅਸੀਂ ਗੁਰੂ ਕੇ ਲੰਗਰਾਂ ਦਾ ਜਿਹੜਾ ਮਾਲਵੇ ਵਿੱਚੋਂ ਮੱਝਾਂ ਅਕਸਰ ਹੀ ਹੁਣ ਵੀ ਚੋਰੀ ਹੋ ਜਾਂਦੀਆਂ, ਵੀ ਮੱਝਾਂ ਕੋਈ ਚੋਰੀ ਕਰਕੇ ਅੱਗੇ ਦੀ ਅੱਗੇ ਜਿਵੇਂ ਵਿਕ ਜਾਂਦੀਆਂ ਸਨ, ਅਤੇ ਉਹ ਜਿਹੜਾ ਚੋਰੀ ਦਾ ਪਸ਼ੂ ਸੀ ਉਹਦਾ ਜਿਹੜਾ ਕੋਈ ਦੁੱਧ ਚੋਣਾ ਕਰਨਾ, ਉਹ ਪਰਿਵਾਰਾਂ ਨੂੰ ਵੀ ਹੁੰਦਾ ਵੀ ਚਲੋ ਇਹ ਚੋਰੀ ਦਾ ਅਤੇ ਹੁਣ ਖਰੇ ਮਹਾਰਾਜ ਦੇ ਘਰ ਵੱਧ ਦੇ ਕੇ ਅਤੇ ਹੱਕ ਦਾ ਬਣ ਜੂ ਸ਼ਾਇਦ। ਆਂਦੇ ਉਹ ਚਵਾ ਚਵਾ ਕੇ ਗਾਜੀ ਹੁੰਦੇ ਸੀ ਬਾਬਾ ਭਗਤੂ ਜੀ, ਇਹਨਾਂ ਚਵਾ ਚਵਾ ਕੇ ਲਿਜਾਣਾ, ਪਤਾ ਕਹਿੰਦੇ ਸਾਨੂੰ ਹੈ ਸੀ। ਅਤੇ ਇਸ ਤਰ੍ਹਾਂ ਉਹ ਜਦੋਂ ਕੋਈ ਤੰਗ ਕਰਕੇ ਪਸ਼ੂ ਨੂੰ ਚੋਣਾ ਕਰਨਾ, ਕਿਉਂਕਿ ਜਾਜੂ ਉਹਨਾਂ ਦੇ ਕੱਟੇ ਬੱਚੇ ਉੱਥੇ ਰਹਿ ਜਾਂਦੇ ਸੀ ਜਿੱਥੋਂ ਚੋਰੀ ਕੀਤੇ, ਅਤੇ ਚੋਰੀ ਦਾ ਜਿਹੜਾ ਦੁੱਧ ਹੁੰਦਾ ਸੀ ਕਹਿੰਦੇ ਅਸੀਂ ਵੀ ਡੋਲੇ ਭਰ ਭਰ ਲਿਆਉਣੇ, ਵੀ ਚਲੋ ਬੜੀ ਮੌਜ ਬਣੀ ਹੈ ਵੀ ਗੁਰੂ ਘਰ ਦੁੱਧ ਜਾਂਦਾ। ਅਤੇ ਫਿਰ ਵੀ ਉਹ ਚਾਹੇ ਗੁਰੂ ਘਰ ਹੀ ਜਾਂਦਾ ਸੀ, ਕਹਿੰਦੇ ਵੀ ਉਹ ਹੁਣ ਓਨਾ ਕੁ ਸਾਨੂੰ ਹੁਣ ਇੱਥੇ ਦੇਣਾ ਪੈਣਾ, ਜਿੰਨਾ ਕੁ ਅਸੀਂ ਕੀਤਾ ਓਨਾ ਹੁਣ ਸਾਨੂੰ ਵੀ ਇਹ ਸ਼ੁਕਰ ਹੈ, ਕਹਿੰਦੇ ਵੀ ਇੱਥੇ ਨਿਬੜ ਜੂਗਾ, ਇੱਥੇ ਨਿਬੜ ਜਾਵੇਗਾ ਅਤੇ ਗਾਂਹ ਨਾ ਕੋਈ ਸਾਥੋਂ ਲੇਖਾ ਮੰਗੇਗਾ। ਗੁਰੂ ਰਾਮਦਾਸ ਮਹਾਰਾਜ ਸਾਡਾ ਇੱਥੇ ਹੀ ਲੇਖਾ ਨਿਬੇੜ ਦੇਣ ਲੱਗੇ ਹੈ। ਜਿੰਨੀ ਕੁ ਸਾਡੇ 'ਚ ਮੈਲ ਸੀ ਉਹ ਇੱਥੇ ਹੀ ਜਿਹੜੀ ਵੈ ਉਹ ਮਲ ਮੂਤਰ ਰਾਹੀਂ ਨਿਕਲ ਚੱਲੀ ਹੈ। ਜਿਵੇਂ ਸਹੁਰੇ ਘਰ ਜਿਹੜੀ ਵੈ ਕੋਈ ਇਸਤਰੀ ਨੇ ਵਿਆਹ ਕੇ ਜਾਣਾ ਹੋਵੇ, ਪੇਕੇ ਪਿੰਡ ਭਾਵੇਂ ਗੋਹੇ ਨਾਲ ਲਿਬੜੀ ਰਵੇ ਅਤੇ ਜਾਂਦੀ ਵੀ ਅੱਡੀਆਂ ਕੂਚਦੀ ਹੈ ਵੀ ਮੈਂ ਸਹੁਰੇ ਘਰ ਜਾਣਾ। ਇਸ ਤਰ੍ਹਾਂ ਹੁਣ ਸਾਡਾ ਸਹੁਰਾ ਘਰ ਉਹ ਸੱਚਖੰਡ ਹੈ, ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਇਹ ਸਾਡਾ ਪੇਕਾ ਪਿੰਡ ਸੰਸਾਰ ਹੈ। ਅਸੀਂ ਆਪਦੀ ਮੈਲ ਭਾਈ ਸਾਰੀ ਇੱਥੇ ਹੀ ਲਾ ਕੇ ਚੱਲੇ ਵੀ ਗਾਂਹ ਸਾਨੂੰ ਪੁੱਛ ਗਿੱਛ ਨਾ ਹੋਵੇ ਵੀ ਗਲਤੀ ਤਾਂ ਸਾਥੋਂ ਹੋਈ ਹੈ। ਇਸ ਤਰ੍ਹਾਂ ਸਤ ਸੰਗਤ ਜੀ ਤੋਂ
ਇਹ ਇਹੋ ਜਿਹੇ ਗੁਰਮੁਖ ਪਿਆਰੇ ਹੈ, ਦਸਵੰਧ ਦਾ ਧਨ ਖਾਣ ਤੋਂ ਬਹੁਤ ਡਰਦੇ ਹਨ ਵੀ ਇਹ ਨਹੀਂ ਛਪਾਉਣਾ ਚਾਹੀਦਾ, ਲੁਕਾਉਣਾ ਚਾਹੀਦਾ। ਸੋ ਚਾਰਹੁ ਇੱਕ ਦਿਨ ਰਥ ਚੜੇ, ਇਹ ਚਾਰੇ ਜਣੇ ਇੱਕ ਦਿਨ ਰਥ ਦੇ ਉੱਪਰ ਚੜ੍ਹ ਕਰਕੇ ਆਏ ਦਰਸ ਹਿਤ ਆਨੰਦ ਬਢੇ। ਇਹਨਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਸ ਪਹੁੰਚੇ ਹੈ, ਗਰੀਬ ਨਵਾਜ ਮਹਾਰਾਜ ਦੇ ਦਰਸ਼ਨਾਂ ਵਾਸਤੇ ਅੰਮ੍ਰਿਤਸਰ ਸਾਹਿਬ ਆਏ। ਜਿਵੇਂ ਫਿਰ ਅੱਗੇ ਸਾਧ ਸੰਗਤ ਜੀਏ ਆ ਕਰਕੇ ਮਹਾਰਾਜ ਦੇ ਪਾਸ ਇਹਨਾਂ ਅਰਦਾਸ ਬੇਨਤੀ ਕੀਤੀ ਅਤੇ ਗਰੀਬ ਨਵਾਜ ਮਹਾਰਾਜ ਨੇ ਇਹਨਾਂ ਨੂੰ ਸਮੱਤ ਬਖਸ਼ਿਸ਼ ਕੀਤੀ ਹੈ। ਤੋ ਉਹਦੇ ਵਿੱਚ ਇੱਕ ਜ਼ਿਕਰ ਆਵੇਗਾ ਵੀ ਕੋਈ ਸੱਪ ਬਣਿਆ ਰਾਹ 'ਚ ਟੱਕਰਿਆ ਇਹਨਾਂ ਨੂੰ, ਉਹਨੂੰ ਕੁੱਜੇ 'ਚ ਪਾ ਕੇ ਮਹਾਰਾਜ ਦੇ ਪਾਸ ਲੈ ਕੇ ਆਏ। ਉੱਥੇ ਪਾਤਸ਼ਾਹ ਨੇ ਦੱਸਿਆ ਵੀ ਇਹ ਵੀ ਸੱਪ ਬਣਿਆ ਹੈ ਤਾਂ ਸਾਡਾ ਸਿੱਖ ਹੀ ਸੀਗਾ, ਇਹ ਵੀ ਦਸਵੰਧ ਦੀ ਮਾਇਆ ਖਾਂਦਾ ਸੀਗਾ। ਦਸਵੰਧ ਦੀ ਮਾਇਆ ਖਾ ਕੇ ਅਤੇ ਜੇ ਕੋਈ ਹਿਸਾਬ ਮੰਗਦਾ ਸੀ ਜਾਂ ਕੋਈ ਕਰਦਾ ਸੀ ਵੀ ਤੂੰ ਐਂ ਕਿਉਂ ਕਰਦਾ, ਅਤੇ ਅੱਗੋਂ ਆਕੜਦਾ ਸੀ ਸੱਪ ਵਾਂਗੂ, ਅਤੇ ਉਹਦੀ ਸਜ਼ਾ ਮਿਲੀ ਹੈ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ, ਕੱਲ੍ਹ ਨੂੰ ਇਹ ਸਾਖੀ ਜਿਹੜੀ ਕੁਝ ਰਹਿੰਦੀ ਵਿਚਾਰ ਲਵਾਂਗੇ। ਹੁਣ ਸਮਾਪਤੀ ਹੈ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਪ੍ਰਵਾਨ ਹਾਜ਼ਰੇ ਦਰ ਪ੍ਰਵਾਨ ਕਰਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਰ ਸਰੀਰ ਕੋ ਦੇ ਕਰ ਛੀਨ, ਜਾਂ ਤੇ ਨਹੀਂ ਛਪਾਏ ਪ੍ਰਬੀਨ। ਸੋ ਚਾਰਹੁ ਇੱਕ ਦਿਨ ਰਥ ਚੜੇ, ਆਏ ਦਰਸ ਹਿਤ ਆਨੰਦ ਬਢੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।